ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਮਾਝ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ ਇਸ ਵਾਰ ਦੀਆਂ 13 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 14ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ ਤੇ ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਉਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 144 ਤੇ ਅੰਕਿਤ ਹੈ। ਛੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਕਾ। ਇਹ ਸਾਰੇ ਸ਼ਬਦ ਜਿਹੜੇ ਨੇ ਬਹੁਵਚਨੀ ਸ਼ਬਦ ਨੇ, ਜਿਵੇਂ ਛੀਹੀ, ਬਾਜ, ਚਰਗ ਔਰ ਕੁਹੀ, ਇਹ ਸਾਰੇ ਮਾਸਖੋਰੇ ਸ਼ਿਕਾਰੀ ਜਾਨਵਰ ਨੇ ਤੇ ਇਹਨਾਂ ਸ਼ਬਦਾਂ ਦੇ ਅਖੀਰ ਦੇ ਅੱਖਰ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਗਿਆ ਹੈ। ਜਦੋਂ ਵੀ ਕਿਸੇ ਨਾਉਨ ਦੇ ਆਖਰੀ ਅੱਖਰ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ ਤਾਂ ਉਸ ਦਾ ਉਚਾਰਨ ਜਿਹੜਾ ਹੈ ਬਿੰਦੀ ਲਗਾ ਕੇ ਹੋਏਗਾ। ਇਹਨੂੰ ਸਿੰਘਾਂ ਨਹੀਂ ਪੜਨਾ, ਸ਼ਸ਼ਾ ਬੁਲਾਣਾ ਹੈ। ਛੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਕਾ। ਛੀਂ ਦਾ ਮਤਲਬ ਸ਼ੇਰ, ਬਾਜ, ਚਰਗ ਇੱਕ ਜਾਨਵਰ ਹੈ ਜੋ ਮਾਸਖੋਰਾ ਹੈ। ਚਰਗ ਨਾ ਹੈ। ਕੁਹੀ ਇਹ ਵੀ ਇੱਕ ਪੰਛੀ, ਸ਼ਿਕਾਰੀ ਪੰਛੀ ਹੈ ਜਿਹੜਾ ਮਾਸਖੋਰ ਹੈ। ਇਹਨਾਂ ਖਵਾਲੇ ਕਾ ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆਂ ਜੋ ਮਾਸਖੋਰ ਜਾਨਵਰ ਨੇ ਘਾਹ ਖਵਾ ਦਿੰਦਾ ਹੈ, ਭਾਵ ਇਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦਿੰਦਾ ਹੈ। ਯਾਨੀ ਜੇ ਸਿਸਟਮ ਦੇ ਵਿੱਚ ਹੋਵੇ, ਹੁਕਮ ਦੇ ਵਿੱਚ, ਹੁਕਮ ਦਾ ਮਤਲਬ ਰਜ਼ਾ ਪਾਣਾ, ਜੇ ਸਿਸਟਮ ਦੇ ਅੰਦਰ ਜਿਵੇਂ ਇਹ ਮਾਸਖੋਰ ਬਣੇ ਨੇ ਤਾਂ ਸਿਸਟਮ ਦੇ ਅੰਦਰ ਇਹ ਸ਼ਾਕਾਹਾਰੀ ਵੀ ਹੋ ਸਕਦੇ ਨੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿੰਨੇ ਸਾਰੇ ਲੋਕ ਨੇ ਇਸ ਦੁਨੀਆ ਦੇ ਅੰਦਰ ਜਿਨ੍ਹਾਂ ਦੀ ਬਿਰਤੀ ਸ਼ਿਕਾਰੀ ਹੈ ਮਨੁੱਖਾਂ ਦੀ। ਜਿਵੇਂ ਇਹ ਛੀਂ, ਬਾਜ, ਚਰਗ, ਕੁਈ ਇਹ ਦੂਜੇ ਜਾਨਵਰਾਂ ਨੂੰ ਮਾਰ ਕੇ ਖਾਂਦੇ ਨੇ ਤੇ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਮਨੁੱਖ ਨੇ ਉਹ ਦੂਜਿਆਂ ਦਾ ਹੱਕ ਖਾਂਦੇ ਨੇ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਾਂ ਕੂੜ ਬੋਲ ਮੁਰਦਾਰ ਖਾਏ, ਬੇਗਾਨਾ ਹੱਕ ਖਾਣਾ ਤਾਂ ਇਹ ਮਾਸ ਖਾਣ ਦੇ ਬਰਾਬਰ ਹੀ ਹੈ। ਤੇ ਜਿਹੜੇ ਲੋਕ ਬੇਗਾਨੇ ਹੱਕ ਖਾ ਰਹੇ ਨੇ, ਜੇ ਉਹ ਪ੍ਰਭੂ ਦੇ ਰਜ਼ਾ ਪਾਣੇ ਹੁਕਮ ਨੂੰ ਸਮਝਣ ਤਾਂ ਉਹ ਲੋਕ ਵੀ ਜਿਹੜੇ ਨੇ ਸ਼ਾਕਾਹਾਰੀ ਹੋ ਸਕਦੇ ਨੇ, ਭਾਵ ਬੇਗਾਨੇ ਹੱਕ ਖਾਣੇ ਛੱਡ ਸਕਦੇ ਨੇ। ਉਹਨਾਂ ਦੇ ਅੰਦਰ ਚੇਂਜਿੰਗ ਆ ਸਕਦੀ ਹੈ। ਕਾਹ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ। ਇਹਨੂੰ ਕਾਹੋ ਨਹੀਂ ਪੜਨਾ, ਘਾਹ। ਜੋ ਘਾਹ ਖਾਂਦੇ ਨੇ ਉਹਨਾਂ ਨੂੰ ਮਾਸ ਖਵਾ ਦਿੰਦਾ ਹੈ। ਸੋ ਪ੍ਰਭੂ ਇਹ ਰਾਹ ਤੋੜ ਦਿੰਦਾ ਹੈ। ਸਿਸਟਮ ਦੇ ਅੰਦਰ ਐਸਾ ਹੋ ਸਕਦਾ ਹੈ, ਪੋਸੀਬਿਲਿਟੀ ਹੈ ਕੱਲ ਨੂੰ ਕੋਈ ਵਿਗਿਆਨਿਕ ਇਹੋ ਜਿਹੀਆਂ ਖੋਜਾਂ ਕਰ ਲੈਣ ਤੇ ਐਸਾ ਹੋ ਸਕੇ। ਤਾਂ ਇਹ ਪੋਸੀਬਿਲਿਟੀ ਸੰਸਾਰ ਦੇ ਅੰਦਰ ਜਿਹੜੀ ਇਹ ਕੋਈ ਵੀ ਹੋ ਸਕਦੀ ਹੈ, ਪਰ ਉਹ ਸਾਰਾ ਕੁਝ ਸਿਸਟਮ ਦੇ ਅੰਦਰ ਹੋਏਗਾ। ਪਰ ਜੇ ਅਸੀਂ ਸਿੱਧਾ ਅਸੀਂ ਚਾਹੀਏ ਕਿ ਸ਼ੇਰ ਅੱਗੇ ਘਾਹ ਸੁੱਟ ਦੇਵੇ ਤੇ ਉਹ ਘਾਹ ਖਾਣ ਲੱਗ ਜਾਵੇ, ਔਰ ਗਾਂ ਦੇ ਅੱਗੇ ਮਾਸ ਸੁੱਟ ਦੇਵੇ ਤੇ ਮਾਸ ਖਾਣ ਲੱਗ ਜਾਵੇ, ਸਾਡੇ ਸੁੱਟਣ ਨਾਲ ਕੁਝ ਨਹੀਂ ਹੋਣਾ। ਸਿਸਟਮ ਦੇ ਅੰਦਰ ਹੀ ਕੋਈ ਚੇਂਜਿੰਗ ਹੋਏ ਤਾਂ ਐਸਾ ਹੋ ਸਕਦਾ ਹੈ। ਗੱਲ ਹੁਕਮ ਦੀ ਚੱਲ ਰਹੀ ਹੈ, ਸਿਸਟਮ ਦੀ। ਇਹ ਚੀਜ਼ ਨੂੰ ਸਮਝਣ ਦਾ ਯਤਨ ਕਰਨਾ ਹੈ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ। ਇਹ ਥਲੀ ਜਿਹੜਾ ਸ਼ਬਦ ਹੈ ਨਾ, ਇਹਨੂੰ ਬਿੰਦੀ ਲਗਾ ਕੇ ਪੜਾਂਗੇ ਥਲੀ, ਤੇ ਨਦੀਆਂ ਜਿਹੜੀ ਹੈ ਇਹਨੂੰ ਬਿੰਦੀ ਲਗਾ ਕੇ ਪੜਾਂਗੇ ਨਦੀਆਂ। ਵਗਦੀਆਂ ਨਦੀਆਂ ਵਿੱਚ ਟਿੱਬੇ ਵਿਖਾਲ ਦਿੰਦਾ ਹੈ ਔਰ ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਵਾਲੇ ਥਾਂ ਬਣਾ ਦਿੰਦਾ ਹੈ। ਸਿਸਟਮ ਦੇ ਅੰਦਰ ਐਸਾ ਹੋ ਸਕਦਾ ਹੈ, ਨਦੀਆਂ ਦੇ ਵਿੱਚ ਟਿੱਬੇ ਉਸਰ ਜਾਣ ਤੇ ਜਿੱਥੇ ਥਲ ਹੈ ਉੱਥੇ ਕੱਲ ਨੂੰ ਅਸਗਾ, ਟੋਏ ਬਣ ਜਾਣ, ਸਮੁੰਦਰ ਪੈਦਾ ਹੋ ਜਾਏ, ਨਦੀਆਂ ਪੈਦਾ ਹੋ ਜਾਣ। ਇਹ ਸਾਰਾ ਸਿਸਟਮ ਦੇ ਅੰਦਰ ਹੋ ਸਕਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਕੀੜੇ ਨੂੰ ਬਾਦਸ਼ਾਹੀ ਤਖਤ ਤੇ ਥਾਪ ਦੇਵੇ ਤੇ ਉਹ ਬਾਦਸ਼ਾਹ ਦੇ ਲਸ਼ਕਰਾਂ ਨੂੰ ਸੁਆਹ ਕਰ ਦੇਵੇ। ਕੀੜੇ ਦਾ ਮਤਲਬ ਨਿਮਾਣਾ ਜਿਹਾ ਜਿਹੜਾ ਇਨਸਾਨ ਹੈ ਸਿਸਟਮ ਦੇ ਅੰਦਰ, ਜੇ ਉਹ ਰਾਜਾ ਬਾਦਸ਼ਾਹ ਬਣ ਜਾਏ ਤੇ ਬਾਦਸ਼ਾਹ ਦੇ ਵੱਡਿਆਂ ਵੱਡਿਆਂ ਲਸ਼ਕਰਾਂ ਨੂੰ ਰਾਖ ਕਰ ਦੇਵੇ। ਜਿਵੇਂ ਹੁਣ ਕਰੋਨਾ ਹੀ ਹੈ, ਨਿੱਕਾ ਜਿਹਾ ਨਹੀਂ ਦਿਸ ਰਿਹਾ ਨਾ, ਲਸ਼ਕਰ ਕਰੇ ਸਵਾਹ। ਹੁਣ ਕਿੱਡੇ ਕਿੱਡੇ ਲਸ਼ਕਰ ਨੇ,
ਅਮਰੀਕਾ ਹੈ, ਹੋਰ ਕਿੰਨੇ ਕਿੰਨੇ ਦੇਸ਼ ਨੇ, ਮਿਜ਼ਾਈਲਾਂ ਨੇ, ਟੈਂਕ ਨੇ, ਤੋਪ ਨੇ, ਐਟਮ ਬੰਬ ਨੇ, ਪਰਮਾਣੂ ਬੰਬ ਨੇ, ਤਾਂ ਕੀ ਕੋਈ ਕੰਮ ਕਰ ਰਿਹਾ ਹੈ? ਸਾਰੇ ਦੇ ਸਾਰੇ ਜਾਮ ਹੋਏ ਬੈਠੇ ਨੇ ਨਾ। ਤਾਂ ਸਿਸਟਮ ਹੈ, ਨਿੱਕੇ ਜਿਹੇ ਕੀੜੇ ਨੂੰ ਬਾਦਸ਼ਾਹੀ ਤੇ ਥਾਪ ਦੇਵੇ ਤੇ ਲਸ਼ਕਰਾਂ ਨੂੰ ਰਾਖ ਕਰ ਸਕਦਾ ਹੈ। ਭਾਵ ਕੋਈ ਨਿਮਾਣਾ ਜਿਹਾ ਇਨਸਾਨ, ਉਹਦੇ ਅੰਦਰ ਵੀ, ਸਿਸਟਮ ਦੇ ਅੰਦਰ, ਪ੍ਰਭੂ ਦੇ ਹੁਕਮ ਦੇ ਅੰਦਰ ਐਸੀ ਤਾਕਤ ਪੈਦਾ ਹੋ ਸਕਦੀ ਹੈ ਕਿ ਉਹ ਵੱਡੇ ਵੱਡੇ ਲਸ਼ਕਰਾਂ ਨੂੰ ਸੁਆਹ ਕਰ ਦੇਵੇ, ਭਾਵ ਜਿੱਤ ਹਾਸਲ ਕਰ ਲਵੇ। ਜੇਤੇ ਜੀ ਜੀਵਹਿ ਲੈ ਸਾਹਾਂ, ਇੱਥੇ ਸਾਹਾ ਨਹੀਂ ਪੜਨਾ, ਸਾਹਾਂ। ਜਿਵਾਲੇ ਤਾਂ ਕਿ ਸਾਹ। ਜਿੰਨੇ ਵੀ ਜੀਵ ਜਗਤ ਵਿੱਚ ਜਿਉਂਦੇ ਨੇ, ਸਾਹ ਲੈ ਕੇ ਜਿਉਂਦੇ ਨੇ, ਭਾਵ ਤਦ ਤੱਕ ਜਿਉਂਦੇ ਹਨ ਜਦ ਤੱਕ ਸਾਹ ਲੈਂਦੇ ਨੇ। ਪਰ ਜੇ ਪ੍ਰਭੂ ਰੱਖਣੇ ਚਾਹੇ ਤਾਂ ਸਾਹ ਦੀ ਵੀ ਕੀ ਮੁਤਾਜੀ ਹੈ। ਸਿਸਟਮ ਦੇ ਅੰਦਰ ਬਿਨਾਂ ਸਵਾਸ ਤੋਂ ਵੀ ਜਿੰਦਾ ਰਹਿ ਸਕਦਾ ਹੈ। ਜੇ ਕੱਲ ਨੂੰ ਕੋਈ ਐਸਾ ਸਿਸਟਮ ਨਿਕਲ ਆਏ, ਜਿਵੇਂ ਪਿੱਛੇ ਅਮਰੀਕਾ ਦੇ ਵਿੱਚ ਇੱਕ ਪ੍ਰੈਕਟੀਕਲ ਕੀਤਾ ਗਿਆ ਹੈ ਐਸਾ, ਕਿ ਬੰਦੇ ਦੇ ਅੰਦਰ ਪ੍ਰੋਟੀਨ ਰਾਹੀਂ, ਪ੍ਰੋਟੀਨ ਵਿੱਚ ਮਿਲਾ ਕੇ ਆਕਸੀਜਨ ਦਿੱਤੀ ਹੈ, ਤੇ ਆਕਸੀਜਨ ਜਿਹੜੀ ਹੈ ਖੂਨ ਦੇ ਵਿੱਚ ਸਰਕੂਲੇਸ਼ਨ ਕੀਤਾ ਹੈ, ਤੇ ਬੰਦਾ ਜਿਹੜਾ ਹੈ ਅੱਧਾ ਘੰਟਾ ਬਿਨਾਂ ਸਵਾਸ ਤੋਂ ਜਿੰਦਾ ਰਿਹਾ ਹੈ। ਆਪਰੇਸ਼ਨ ਕਰਨ ਲੱਗਿਆ ਉਹਨੂੰ ਨੱਕ ਰਾਹੀਂ ਆਕਸੀਜਨ ਨਹੀਂ ਦਿੱਤੀ, ਕਿਉਂਕਿ ਆਕਸੀਜਨ ਅੰਦਰ ਹੀ ਸਰਕੂਲੇਟ ਕਰਾ ਦਿੱਤੀ। ਤਾਂ ਇਸ ਸਿਸਟਮ ਨੂੰ ਸਮਝਿਆ ਗਿਆ ਨਾ, ਬੰਦੇ ਨੇ ਸਮਝਿਆ, ਕਿੰਨੇ ਚਿਰ ਤੋਂ ਇਹਨੇ ਵੇਖਿਆ, ਪੜਿਆ, ਵਾਚਿਆ, ਪ੍ਰੈਕਟੀਕਲ ਕੀਤੀ ਕਿ ਅਸੀਂ ਜੋ ਸਵਾਸ ਲੈ ਰਹੇ ਹਾਂ ਉਹਨਾਂ ਰਾਹੀਂ ਆਕਸੀਜਨ ਸਾਡੇ ਅੰਦਰ ਜਾ ਰਹੀ ਹੈ, ਆਕਸੀਜਨ ਸਾਡੇ ਖੂਨ ਵਿੱਚ ਘੁਲਦੀ ਹੈ, ਸਰਕੂਲੇਟ ਕਰਦੀ ਹੈ, ਤਾਂ ਅਸੀਂ ਜਿੰਦਾ ਰਹਿੰਦੇ ਹਾਂ। ਕਿੰਨਾ ਮੁੱਦਤਾਂ ਲੱਗੀਆਂ ਹੋਣਗੀਆਂ ਨਾ ਬੰਦੇ ਨੂੰ ਸਮਝਦਿਆਂ, ਤੇ ਫਿਰ ਇਹ ਪ੍ਰੈਕਟੀਕਲ ਕੀਤਾ ਵੀ ਐਵੇਂ ਕਰਕੇ ਦੇਖਿਆ ਜਾ ਸਕਦਾ ਹੈ। ਤਾਂ ਜ਼ਰੂਰਤ ਤਾਂ ਹੈ ਨਾ ਸਿਸਟਮ ਦੇ ਵਿੱਚ ਕਿ ਆਕਸੀਜਨ ਨਾਲ ਜਿੰਦਾ ਰਹਿਣਾ, ਤੇ ਆਕਸੀਜਨ ਨੂੰ ਸਰਕੂਲੇਟ ਕਰਾਇਆ ਤੇ ਬੰਦਾ ਜਿੰਦਾ। ਤਾਂ ਇੱਥੇ ਗੱਲ ਸਿਸਟਮ ਦੀ ਹੋ ਰਹੀ ਹੈ, ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝਣਾ ਪਵੇਗਾ ਤਾਂ ਇਹ ਗੱਲਾਂ, ਨਹੀਂ ਤਾਂ ਕਈ ਸਾਰੇ ਤਰਕ ਹੋ ਸਕਦੇ ਨੇ। ਜੇਤੇ ਜੀ ਜੀਵੈ ਲੈ ਸਾਹਾਂ, ਜਿਵਾਲੇ ਤਾਂ ਕਿ ਸਾਹ। ਇਹਨੂੰ ਕੱਕੇ ਦੇ ਨਾਲ ਐੜਾ, ਔਰ ਸਾਹ ਨੂੰ ਵੱਖਰਾ ਕਰਨਾ ਹੈ ਕਿ, ਜਿਵੇਂ ਕਿ ਪਿੱਛੇ ਸਾਰਾ ਆ ਰਿਹਾ ਹੈ। ਨਾਨਕ ਜਿਉਂ ਜਿਉਂ ਸੱਚੇ ਭਾਵੈ, ਤਿਉਂ ਤਿਉਂ ਦੇ ਗਿਰਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਵੇਂ ਜਿਵੇਂ ਸੱਚੇ ਪ੍ਰਭੂ ਨੂੰ ਪਾਉਂਦਾ ਹੈ, ਭਾਵ ਰਜ਼ਾ ਹੈ, ਯਾਨੀ ਸਿਸਟਮ ਹੈ, ਤਿਵੇਂ ਤਿਵੇਂ ਜੀਵਾਂ ਨੂੰ ਰੋਜੀ ਦੇ ਰਿਹਾ ਹੈ, ਰਿਜ਼ਕ ਦੇ ਰਿਹਾ ਹੈ, ਜੀਵਨ ਦਾਤ ਦੇ ਰਿਹਾ ਹੈ। ਤਾਂ ਇਹ ਗੱਲ ਅਖੀਰਲੀ ਪੰਕਤੀ ਦੇ ਅੰਦਰ ਆਣ ਕੇ ਸਪਸ਼ਟ ਹੋ ਰਹੀ ਹੈ। ਗੱਲ ਘਾਹ ਖਾਣ, ਗੱਲ ਮਾਸ ਖਾਣ ਦੀ ਨਹੀਂ ਹੈ। ਗੱਲ ਘਾਹਸਾਰੀ ਨੂੰ, ਸ਼ਾਕਾਹਾਰੀ ਨੂੰ ਮਾਸਾਹਾਰੀ, ਔਰ ਮਾਸਾਹਾਰੀ ਨੂੰ ਸ਼ਾਕਾਹਾਰੀ ਬਣਾਉਣ ਦੀ ਨਹੀਂ ਹੈ। ਸਿਸਟਮ ਦੇ ਵਿੱਚ ਸਾਰਾ ਕੁਝ ਹੋ ਸਕਦਾ ਹੈ, ਕੁਝ ਅਸੰਭਵ ਨਹੀਂ। ਲੇਕਿਨ ਗੱਲ ਇੱਥੇ ਹੈ ਕਿ ਜਿਵੇਂ ਜਿਵੇਂ ਸੱਚੇ ਨੂੰ ਪਾਉਂਦਾ ਹੈ, ਤਿਵੇਂ ਤਿਵੇਂ ਜੀਵਾਂ ਨੂੰ ਗਿਰਾ ਦਾ ਮਤਲਬ ਗਰਾਹੀ ਦਿੰਦਾ ਹੈ, ਭਾਵ ਰੋਜੀ ਦਿੰਦਾ ਹੈ, ਜੀਵਨ ਦਾਨ ਦੇ ਰਿਹਾ ਹੈ। ਯਾਨੀ ਇਸ ਸੰਸਾਰ ਦੇ ਅੰਦਰ ਹਰ ਇਨਸਾਨ ਨੂੰ, ਹਰ ਜੀਵ ਜੰਤ ਨੂੰ ਰਜ਼ਾ ਔਰ ਭਾਣੇ ਦੇ ਅੰਦਰ ਜੀਵਨ ਮਿਲ ਰਿਹਾ ਹੈ। ਜਿਵੇਂ ਜਿਵੇਂ ਕਿਸੇ ਦਾ ਜੀਵਨ ਹੈ, ਉਸੇ ਕਿਸਮ ਦੇ ਨਾਲ ਉਹਨੂੰ ਜੀਵਨ ਜਿਹੜਾ ਹੈ ਮਿਲੀ ਜਾ ਰਿਹਾ ਹੈ। ਗੱਲ ਇਹ ਸਮਝਾਈ ਜਾ ਰਹੀ ਹੈ ਪੂਰੇ ਦੇ ਪੂਰੇ ਸ਼ਲੋਕ ਦੇ ਅੰਦਰ, ਕਿ ਸਿਸਟਮ ਦੇ ਅੰਦਰ ਹਰ ਜੀਵ ਨੂੰ ਰਿਜ਼ਕ ਰੋਜੀ ਮਿਲ ਰਿਹਾ ਹੈ। ਜਿਵੇਂ ਦਾ ਕਿਸੇ ਦਾ ਜੀਵਨ ਹੈ, ਜਿਵੇਂ ਦੀ ਬਣਤਰ ਹੈ, ਉਸੇ ਕਿਸਮ ਦੇ ਉਹਦੇ ਜੀਣ ਦਾ ਸਿਸਟਮ ਹੈ। ਜਿਹੜੇ ਜੀਵ ਪਾਣੀ ਵਿੱਚ ਨੇ, ਉਹਨਾਂ ਦੀ ਖੁਰਾਕ, ਉਹਨਾਂ ਦੇ ਜੀਵਨ ਦਾ ਢੰਗ ਪਾਣੀ ਵਿੱਚ ਹੈ, ਉੱਥੇ ਉਹਨਾਂ ਨੂੰ ਮਿਲੀ ਜਾ ਰਿਹਾ ਹੈ। ਜਿਹੜੇ ਉਭੈਚਰ ਨੇ, ਜੋ ਪਾਣੀ ਔਰ ਧਰਤੀ ਦੋਵਾਂ ਤੇ ਰਹਿ ਸਕਦੇ ਨੇ, ਜਿਵੇਂ ਸੱਪ, ਡੱਡੂ, ਕਛੂ, ਕੁੰਮੇ ਵਗੈਰਾ, ਉਹਨਾਂ ਦੀ ਜ਼ਿੰਦਗੀ ਉਸ ਤਰ੍ਹਾਂ ਦੀ ਹੈ, ਤਾਂ ਉਹਨਾਂ ਨੂੰ ਉਸੇ ਤਰ੍ਹਾਂ ਦਾ ਭੋਜਨ ਜਾਂ ਸਾਰਾ ਕੁਝ ਮਿਲੀ ਜਾ ਰਿਹਾ ਹੈ। ਜਿਵੇਂ ਅਸੀਂ ਹਾਂ, ਤਾਂ ਸਾਡੇ ਵਾਸਤੇ ਜਿਸ ਤਰ੍ਹਾਂ ਦਾ ਮਾਹੌਲ ਚਾਹੀਦਾ ਹੈ, ਸਾਨੂੰ ਉਹ ਮਾਹੌਲ ਮਿਲ ਰਿਹਾ ਹੈ। ਪੱਥਰ ਦਾ ਕੀੜਾ ਹੈ, ਉਹਨੂੰ ਮਿਲ ਰਿਹਾ ਹੈ। ਸ਼ੇਰ ਨੇ, ਚਰਗਾਂ ਨੇ, ਕੂਈਆਂ ਨੇ, ਤਾਂ ਹਰ ਜੀਵ ਨੂੰ ਸਿਸਟਮ ਦੇ ਅੰਦਰ ਜਿਹੜਾ ਵੀ ਇੱਥੇ ਜੀਵਨ ਧਾਰੀ ਹੈ, ਉਹਨੂੰ ਜੀਣ ਵਾਸਤੇ ਸ਼ੈ ਮਿਲ ਰਹੀ ਹੈ। ਇੱਕ ਮਾਸਹਾਰੀ, ਇੱਕ ਤ੍ਰਿਣ ਖਾਹੇ। ਹੁਣ ਇਸ ਜਗਤ ਦੀ ਗੱਲ ਕਰਦੇ ਨੇ ਕਿ ਕਈ ਮਾਸ ਖਾਣ ਵਾਲੇ ਨੇ, ਕਈ ਘਾਹ ਖਾਣ ਵਾਲੇ ਨੇ। ਜਿਹੜੇ ਜੀਵ ਜੰਤ ਨੇ, ਜਿਵੇਂ ਸ਼ੇਰ ਆਦਿਕ ਨੇ, ਮਾਸ ਖਾ ਰਹੇ ਨੇ, ਬਾਕੀ ਜੀਵ ਜੰਤ ਘਾਹ ਖਾ ਰਹੇ ਨੇ। ਬੰਦਿਆਂ ਵਿੱਚ ਵੀ ਵੇਖਦੇ ਆ, ਕਈ ਲੋਕ ਸ਼ਾਕਾਹਾਰੀ ਨੇ, ਕਈ ਲੋਕ ਮਾਸਾਹਾਰੀ ਨੇ। ਇੱਕ ਨਾ 36 ਅੰਮ੍ਰਿਤ ਪਾਹੇ। ਪਾਹੇ ਦਾ ਮਤਲਬ ਮਿਲਦੇ ਨੇ। ਕਈ ਪ੍ਰਾਣੀਆਂ ਨੂੰ ਕਈ ਕਿਸਮਾਂ ਦੇ ਸਵਾਦਲੇ ਭੋਜਨ ਮਿਲ ਰਹੇ ਨੇ। 36 ਅੰਮ੍ਰਿਤ ਦਾ ਮਤਲਬ 36 ਕਿਸਮ ਦੇ ਭੋਜਨ। 36 ਕਿਸਮ ਦਾ ਮਤਲਬ ਗਿਣਤੀ ਹੀ ਨਹੀਂ ਕਿ 35 36,
36 ਸ਼ਬਦ ਵਰਤਿਆ ਜਾਂਦਾ, ਜਿਵੇਂ ਕਈ ਤਾਂ ਨਾ ਤੇਰੇ ਵਰਗੇ 36 ਦੇਖੇ ਨੇ, ਤਾਂ 36 ਦਾ ਮਤਲਬ ਇਹ ਨਹੀਂ ਕਿ 37ਵਾਂ ਬੰਦਾ ਨਹੀਂ ਵੇਖਿਆ ਜਾਂ 35 ਹੀ ਨਹੀਂ ਵੇਖੇ। 36 ਦਾ ਮਤਲਬ ਹੁੰਦਾ ਹੈ ਕਿ ਤੇਰੀ ਕੋਈ ਵੈਲਿਊ ਨਹੀਂ, ਤੇਰੇ ਵਰਗੇ 36 ਵੇਖੇ ਨੇ ਮੀਨਸ ਤੇਰੀ ਕੋਈ ਵੈਲਿਊ ਨਹੀਂ ਹੈ। ਇੱਥੇ 36 ਦਾ ਮਤਲਬ ਕਈ ਕਿਸਮ, ਅਨੇਕਾਂ ਕਿਸਮ, ਕਈ ਪ੍ਰਾਣੀਆਂ ਨੂੰ ਕਈ ਕਿਸਮਾਂ ਦੇ ਅੰਮ੍ਰਿਤ ਦਾ ਮਤਲਬ ਸਵਾਦਲੇ ਭੋਜਨ ਮਿਲਦੇ ਨੇ ਔਰ ਉਹ ਖਾ ਰਹੇ ਨੇ। ਇੱਕ ਮਿੱਟੀਆਂ ਖਾਹੇ, ਕਈ ਮਿੱਟੀ ਵਿੱਚ ਰਹਿ ਕੇ ਮਿੱਟੀ ਹੀ ਖਾਂਦੇ ਨੇ, ਉਹਨਾਂ ਦੀ ਖੁਰਾਕ ਹੈ, ਉਹਨਾਂ ਦੀ ਜ਼ਿੰਦਗੀ ਹੈ, ਉਹ ਸਿਸਟਮ ਹੈ, ਮਿੱਟੀਆਂ ਵਿੱਚ ਮਿੱਟੀਆਂ ਹੀ ਮਿੱਟੀ ਹੀ ਖਾ ਰਹੇ ਨੇ। ਇੱਕ ਪੌਣ ਸ਼ੁਮਾਰੀ, ਪੌਣ ਸ਼ੁਮਾਰ, ਸ਼ੁਮਾਰ ਦਾ ਮਤਲਬ ਗਿਣਤੀ ਕਰਨੀ, ਪੌਣ ਸ਼ੁਮਾਰ ਦਾ ਮਤਲਬ ਸਵਾਸਾਂ ਦੀ ਗਿਣਤੀ ਕਰਨੀ, ਪੌਣ ਸ਼ੁਮਾਰੀ ਦਾ ਮਤਲਬ ਸਵਾਸਾਂ ਨੂੰ ਗਿਣਨ ਵਾਲੇ, ਪ੍ਰਾਣਾਯਾਮ ਕਰਨ ਵਾਲੇ। ਕਈ ਪ੍ਰਾਣਾਯਾਮ ਦੇ ਅਭਿਆਸੀ ਨੇ ਤੇ ਉਹ ਪ੍ਰਾਣਾਯਾਮ ਵਿੱਚ ਲੱਗੇ ਹੋਏ ਨੇ, ਸਵਾਸ ਗਿਣ ਰਹੇ ਨੇ, ਉੱਤੇ ਜਾ ਰਿਹਾ ਹੈ, ਥੱਲੇ ਆ ਰਿਹਾ ਹੈ, ਸੱਜੀ ਨਾਸ ਚੋਂ ਲੈ ਰਿਹਾ, ਖੱਬੀ ਚੋਂ ਕੱਢ ਰਿਹਾ, ਖੱਬੀ ਚੋਂ ਲੈ ਰਿਹਾ, ਸੱਜੀ ਚੋਂ। ਪੌਣ ਸ਼ੁਮਾਰੀ ਦਾ ਮਤਲਬ ਸਵਾਸਾਂ ਨੂੰ ਗਿਣਨ ਵਾਲੇ, ਪ੍ਰਾਣਾਯਾਮ ਕਰਨ ਵਾਲੇ। ਕਈ ਲੋਕ ਨੇ ਇਸ ਦੁਨੀਆ ਵਿੱਚ ਪ੍ਰਾਣਾਯਾਮ ਕਰ ਰਹੇ ਨੇ। ਇੱਕ ਨਿਰੰਕਾਰੀ ਨਾਮ ਆਧਾਰ, ਆਧਾਰ ਦਾ ਮਤਲਬ ਇੱਥੇ ਆਸਰੇ। ਕਈ ਨਿਰੰਕਾਰ ਦੇ ਉਪਾਸ਼ਕ ਨੇ ਤੇ ਉਹ ਨਾਮ ਦੇ ਆਸਰੇ ਜੀ ਰਹੇ ਨੇ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬੀ ਗੁਣ, ਤੇ ਨਿਰੰਕਾਰੀ ਦਾ ਮਤਲਬ ਨਿਰੰਕਾਰ ਦੇ ਨਾਲ ਪਿਆਰ ਕਰਨ ਵਾਲੇ। ਆ ਇੱਥੇ ਨਕਲੀ ਨਿਰੰਕਾਰੀਆਂ ਦੀ ਗੱਲ ਨਹੀਂ ਹੈ, ਇੱਥੇ ਕਿਸੇ ਮਜ਼ਹਬ, ਧਰਮ ਜਾਂ ਫਿਰਕੇ ਦੀ ਗੱਲ ਨਹੀਂ ਹੈ। ਨਿਰੰਕਾਰੀ ਦਾ ਮਤਲਬ ਨਿਰੰਕਾਰ ਦੇ ਨਾਲ ਪਿਆਰ ਕਰਨ ਵਾਲੇ, ਨਿਰੰਕਾਰ ਦੀ ਰਜ਼ਾ ਦੇ ਵਿੱਚ ਤੁਰ ਰਹੇ ਨੇ। ਨਾਮ ਦਾ ਮਤਲਬ ਹੁਕਮ, ਆਧਾਰ ਦਾ ਮਤਲਬ ਆਸਰੇ, ਉਹ ਹੁਕਮ ਦੇ ਆਸਰੇ ਨੇ। ਉਹਨਾਂ ਨੂੰ ਪਤਾ ਹੈ ਕਿ ਸਾਰੀ ਦੁਨੀਆ ਰੱਬੀ ਰਜ਼ਾ ਦੇ ਵਿੱਚ ਹੈ ਤੇ ਉਹ ਰਜ਼ਾ ਦੇ ਵਿੱਚ ਰਹਿ ਰਹੇ ਨੇ। ਜਿਵੇਂ ਅਸੀਂ ਸੁਖਮਨੀ ਸਾਹਿਬ ਵਿੱਚ ਵਿਚਾਰਿਆ ਸੀ ਨਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਧਰੇ ਸੁਨ ਸ਼ਰਵਨ। ਕੇ ਸਾਰੇ ਨਾਮ ਕੇ ਧਾਰੇ, ਧਾਰੇ ਦਾ ਮਤਲਬ ਆਸਰੇ, ਇਹ ਨਾਮ ਦੇ ਧਾਰੇ ਨੇ। ਜਿਵੇਂ ਹੁਣ ਤੁਸੀਂ ਕਲਾਸ ਵਿੱਚ ਥੋੜੀ ਦੇਰ ਪਹਿਲਾਂ ਵਿਚਾਰ ਕਰ ਰਹੇ ਸੀ ਕਿ ਉਹ ਇੱਕ ਬੰਦਾ ਹੈ, ਉਹਨੇ ਤੇ ਕਿਸ ਦਾ ਭਲਾ ਕੀਤਾ ਹੈ, ਪਰ ਉਹਨੇ ਸਵੇਰੇ ਉੱਠ ਕੇ ਨਾਮ ਨਹੀਂ ਜਪਿਆ ਜਾਂ ਕੁਛ, ਤਾਂ ਉੱਥੇ ਨਾਮ ਦਾ ਮਤਲਬ ਹੈ ਹੁਕਮ, ਕਿ ਸਾਰੀ ਦੁਨੀਆ ਹੀ ਹੁਕਮ ਦੇ ਆਸਰੇ ਹੈ। ਖੰਡ ਮੰਡਲ ਬ੍ਰਹਿਮੰਡ, ਇਹ ਸਾਰੇ ਹੁਕਮ ਦੇ ਆਸਰੇ ਨੇ, ਸਿਸਟਮ ਦੇ ਵਿੱਚ ਨੇ, ਸਿਸਟਮ ਦੇ ਨਾਲ ਇਹ ਸੰਸਾਰ ਚੱਲ ਰਿਹਾ ਹੈ। ਜਿਵੇਂ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ ਕਈ ਵਾਰ, ਹੁਕਮ, ਰਜਾ, ਭਾਣਾ, ਲੇਖ, ਇਹਨਾਂ ਸਾਰਿਆਂ ਦਾ ਅਰਥ ਹੈਗਾ ਸਿਸਟਮ। ਉਸ ਸਮੇਂ ਜਦੋਂ ਗੁਰੂ ਸਾਹਿਬ ਨੇ ਪਾਵਨ ਬਾਣੀ ਉਚਾਰੀ ਤਾਂ ਇਹਨਾਂ ਸ਼ਬਦਾਂ ਨੂੰ ਸਮਝਣ ਵਾਲੇ ਲੋਕ ਸੀ। ਹੁਕਮ, ਰਜਾ, ਭਾਣਾ, ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਸ਼ਬਦਾਵਲੀ ਜਿਹੜੀ ਹੈ ਨਾ ਨਵੀਂ ਭਾਸ਼ਾਵਾਂ ਦੇ ਵਿੱਚ ਆਉਂਦੀ ਜਾਂਦੀ ਹੈ, ਤੇ ਜੋ ਪੁਰਾਣੀ ਭਾਸ਼ਾ ਦੀ ਸ਼ਬਦਾਵਲੀ ਹੈ ਉਹਨੂੰ ਕਈ ਵਾਰ ਲੋਕ ਘੱਟ ਸਮਝਣਾ ਸ਼ੁਰੂ ਕਰ ਦਿੰਦੇ ਨੇ, ਨਵੇਂ ਲਫ਼ਜ਼ ਆ ਜਾਂਦੇ ਨੇ, ਉਹਨਾਂ ਨੂੰ ਅਪਣਾ ਲੈਂਦੇ ਨੇ। ਤਾਂ ਇਹਨਾਂ ਚੀਜ਼ਾਂ ਨੂੰ ਸਮਝਣ ਲਈ ਅੱਜ ਅਸੀਂ ਇੱਕ ਨਵਾਂ ਸ਼ਬਦ ਜੋ ਹੈ ਉਹਨੂੰ ਅਪਣਾ ਸਕਦੇ ਹਾਂ, ਸਿਸਟਮ। ਹੁਕਮ, ਰਜਾ, ਭਾਣਾ, ਲੇਖ, ਤਾਂ ਸਾਰੀ ਦੁਨੀਆ ਸਿਸਟਮ ਵਿੱਚ ਨਾ, ਜਦੋਂ ਇਸ ਚੀਜ਼ ਨੂੰ ਸਮਝਾਂਗੇ, ਸਿਸਟਮ ਲੈ ਕੇ ਸਾਨੂੰ ਸਮਝ ਆ ਜਾਏ। ਜੇ ਵਨਸਪਤੀ ਪੈਦਾ ਹੋ ਰਹੀ ਹੈ, ਪਾਣੀ ਚੱਲ ਰਿਹਾ ਹੈ, ਜੀਵ ਜੰਤ ਚੱਲ ਰਹੇ ਨੇ, ਹਰ ਚੀਜ਼ ਸਿਸਟਮ, ਸਾਡਾ ਸਰੀਰ ਸਿਸਟਮ ਵਿੱਚ ਚੱਲ ਰਿਹਾ ਹੈ। ਜੇ ਸਿਸਟਮ ਦੇ ਵਿੱਚ ਗੜਬੜ ਹੋ ਜਾਏ, ਅਸੀਂ ਬਿਮਾਰ ਹੋ ਜਾਂਦੇ ਹਾਂ। ਸਾਡੀ ਕਾਰ ਹੈ, ਸਿਸਟਮ ਠੀਕ ਹੈ ਤੇ ਚੱਲ ਰਿਹਾ ਹੈ, ਪਰ ਜੇ ਕਿਤੇ ਸਿਸਟਮ ਖਰਾਬ ਹੋ ਜਾਏ, ਕੋਈ ਤਾਰ ਲੈ ਜਾਏ, ਟਾਂਕਾ ਟੁੱਟ ਜਾਏ, ਕੋਈ ਹੋਰ, ਕਾਰ ਬੰਦ ਹੋ ਜਾਂਦੀ ਹੈ। ਸਿਸਟਮ ਹੈ ਨਾ ਸਾਰਾ। ਇੱਕ ਨਿਰੰਕਾਰੀ ਨਾਮ ਆਧਾਰ, ਜੋ ਨਿਰੰਕਾਰ ਦੇ ਨਾਲ ਪ੍ਰੀਤ ਕਰਨ ਵਾਲੇ ਨੇ, ਉਸ ਰੱਬੀ ਰਜ਼ਾ ਦੇ ਵਿੱਚ ਰਾਜੀ ਨੇ, ਉਹਦੇ ਆਸਰੇ ਉਹ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ। ਜੀਵੈ ਦਾਤਾ ਮਰੇ ਨਾ ਕੋਈ। ਜੀਵੈ ਦਾਤਾ, ਜੀਵੇ ਦਾ ਮਤਲਬ ਜਿਉਂਦਾ ਹੈ, ਰਾਖਾ ਹੈ, ਇਹਦਾ ਅੰਤਰੀ ਭਾਵ ਹੈ ਜਿਉਂਦਾ ਹੈ, ਰਾਖਾ ਹੈ। ਜੋ ਮਨੁੱਖ ਇਹ ਮੰਨਦਾ ਹੈ ਕਿ ਰੱਬ ਜਿਉਂਦਾ ਹੈ, ਯਾਨੀ ਰੱਬ ਸਿਰ ਤੇ ਹੈ, ਅਸੀਂ ਕਹਿੰਦੇ ਵੀ ਹਾਲੇ ਤੇ ਮੇਰੇ ਮਾਂ ਪਿਓ ਜਿਉਂਦੇ ਨੇ, ਜਾਂ ਬੱਚਿਆਂ ਨੂੰ ਕਹਿ ਦਿੰਦਾ ਨਾ ਵੀ ਪੁੱਤਰ ਫਿਕਰ ਨਾ ਕਰੋ, ਹਾਲ ਤੇ ਮੈਂ ਜਿਉਣਾ, ਜਦੋਂ ਤੱਕ ਮੈਂ ਜਿਉਣਾ ਉਦੋਂ ਤੱਕ ਤੁਹਾਨੂੰ ਕੋਈ ਪਰਵਾਹ ਨਹੀਂ। ਤੇ ਪਿਓ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਜਿਉਣਾ ਤੇ ਪਿਓ ਮੰਜੇ ਤੇ ਬੈਠਾ ਹੋ ਸਾਰਾ ਕੁਝ ਦੇਈ ਜਾਏਗਾ। ਪਿਓ ਦੇ ਮਤਲਬ ਕਿ ਮੈਂ ਉਦਮ ਕਰ ਰਿਹਾ ਵਾਂ, ਹਾਲੇ ਤੁਹਾਡੇ ਸਿਰ ਤੇ ਆ, ਤੁਹਾਡਾ ਸਹਿਯੋਗੀ ਆ। ਤਾਂ ਇੱਥੇ ਵੀ ਜੀਵੇ ਦਾਤਾ, ਜਿਨ੍ਹਾਂ ਦਾ ਰਾਖਾ ਰੱਬ ਹੈ, ਜਿਨ੍ਹਾਂ ਨੂੰ ਵਿਸ਼ਵਾਸ ਹੈ, ਮਰੇ ਨਾ ਕੋਏ,
ਉਹ ਫਿਰ ਆਤਮਕ ਮੌਤੇ ਨਹੀਂ ਮਰਦੇ, ਉਹ ਰੱਬ ਨੂੰ ਨਹੀਂ ਵਿਸਾਰਦੇ, ਰੱਬੀ ਹੁਕਮ ਤੋਂ ਬਾਹਰ ਨਹੀਂ ਜਾਂਦੇ। ਉਹਨਾਂ ਨੂੰ ਪਤਾ ਹੈ ਕਿ ਸਿਸਟਮ ਰਾਖਾ ਹੈ, ਰੱਬੀ ਹੁਕਮ ਦੇ ਅੰਦਰ ਅਸੀਂ ਰਹਿਣਾ ਹੈ, ਸਾਡੇ ਸਿਰ ਤੇ ਰੱਬ ਹੈ, ਰੱਬੀ ਹੁਕਮ ਦੇ ਵਿੱਚ ਅਸੀਂ ਹਾਂ। ਉਹ ਫਿਰ ਰੱਬੀ ਗੁਣਾਂ ਨੂੰ ਅਪਣਾਉਂਦੇ ਨੇ ਤੇ ਉਹ ਮਰਦੇ ਨਹੀਂ। ਮਰਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਸਰੀਰ ਨਹੀਂ ਮਰਦਾ, ਉਹ ਆਤਮਕ ਮੌਤੇ ਨਹੀਂ ਮਰਦੇ। ਜੀਵ ਹੈ ਦਾਤਾ, ਜਿਨ੍ਹਾਂ ਦੇ ਸਿਰ ਤੇ ਦਾਤਾ ਹੈ, ਜਿਉਂਦਾ ਹੈ, ਜਿਨ੍ਹਾਂ ਦਾ ਇਹ ਵਿਸ਼ਵਾਸ ਹੈ, ਮਰੇ ਨਾ ਕੋਈ, ਉਹਨਾਂ ਚ ਕੋਈ ਆਤਮਕ ਮੌਤੇ ਨਹੀਂ ਮਰਦਾ। ਉਹ ਰੱਬੀ ਗੁਣਾਂ ਨਾਲ ਜੁੜੇ ਰਹਿੰਦੇ ਨੇ। ਉਹ ਆਪਣੇ ਅੰਦਰੋਂ ਇਨਸਾਨੀਅਤ ਨਹੀਂ ਮਰਨ ਦਿੰਦੇ, ਉਹਨਾਂ ਦੇ ਅੰਦਰੋਂ ਜ਼ਮੀਰ ਨਹੀਂ ਮਰਦੀ, ਇਨਸਾਨੀਅਤ ਨਹੀਂ ਮਰਦੀ। ਨਾਨਕ ਮੁੱਠੇ ਜਾਹੇ, ਇੱਥੇ ਰੁਕਣਾ ਹੈ, ਨਾਨਕ ਤੇ ਰੁਕਾਂਗੇ। ਨਾਨਕ ਮੁੱਠੇ ਜਾਹੇ, ਜਾਹੇ ਨਹੀਂ, ਜਾਹੇ ਬਹੁਵਚਨੀ ਸ਼ਬਦ ਹੈ। ਨਾ ਹੀ ਮਨ ਸੋਏ, ਮਨ ਦੇ ਨੰਨੇ ਨਾਲ ਸਿਹਾਰੀ, ਮਨ ਵਿੱਚ। ਸੋਏ ਦਾ ਮਤਲਬ ਰੱਬ, ਪ੍ਰਭੂ, ਸਾਰ ਲੈਣ ਵਾਲਾ। ਮੁੱਠੇ ਦਾ ਮਤਲਬ ਠੱਗੇ ਜਾਣਾ। ਮੁੱਠੇ ਜਾਹੇ ਦਾ ਮਤਲਬ ਠੱਗੇ ਜਾਂਦੇ ਨੇ। ਹੇ ਨਾਨਕ, ਉਹ ਜੀਵ ਠੱਗੇ ਜਾਂਦੇ ਨੇ। ਨਾ ਹੀ ਮਨ ਸੋਏ, ਜਿਨ੍ਹਾਂ ਦੇ ਮਨ ਦੇ ਅੰਦਰ ਰੱਬ ਨਹੀਂ ਹੁੰਦਾ, ਰੱਬੀ ਗੁਣ ਨਹੀਂ ਹੁੰਦੇ, ਜਿਨ੍ਹਾਂ ਦੇ ਅੰਦਰ ਸਚਾਈ ਨਹੀਂ ਹੁੰਦੀ। ਮਨ ਦਾ ਮਤਲਬ ਮੈਂਟੈਲਿਟੀ, ਸੋਚ। ਜਿਨ੍ਹਾਂ ਦੀ ਸੋਚ ਦੇ ਅੰਦਰ ਰੱਬ ਨਹੀਂ, ਰੱਬੀ ਗੁਣ ਨਹੀਂ, ਸਚਾਈ, ਧਰਮ, ਦੀਨ, ਆਪਣਾ ਨੇਕੀ, ਇਨਸਾਨੀਅਤ, ਦਇਆ, ਨਿਰਭੈਤਾ, ਨਿਰਵੈਰਤਾ, ਪਿਆਰ, ਮੁਹੱਬਤ, ਜਿਨ੍ਹਾਂ ਦੇ ਅੰਦਰ ਇਹ ਗੁਣ ਨਹੀਂ, ਜਿਨ੍ਹਾਂ ਦੇ ਅੰਦਰ ਸੱਚ ਨਹੀਂ, ਉਹ ਲੋਕ ਠੱਗੇ ਜਾਂਦੇ। ਉਹਨਾਂ ਦਾ ਆਤਮਿਕ ਜੀਵਨ ਠੱਗਿਆ ਜਾਂਦਾ ਹੈ। ਠੱਗੇ ਕਿਵੇਂ ਜਾਂਦੇ ਨੇ ਕਿ ਉਹਨਾਂ ਦੀਆਂ ਫਿਰ ਖੁਸ਼ੀਆਂ ਖਤਮ ਹੋ ਜਾਂਦੀਆਂ ਨੇ। ਉਹ ਸੋਚਦੇ ਨੇ ਕਿ ਸ਼ਾਇਦ ਵਿਕਾਰ ਕਮਾਉਣ ਦੇ ਨਾਲ ਖੁਸ਼ੀਆਂ ਆ ਜਾਣ। ਲੋਕਾਂ ਨੂੰ ਠੱਗਦੇ ਠੱਗਦੇ ਆਪ ਹੀ ਠੱਗੇ ਜਾਂਦੇ ਨੇ। ਹੇਰਾ ਫੇਰੀਆਂ ਕਰਦੇ ਕਰਦੇ ਆਪ ਹੀ ਆਤਮਿਕ ਮੌਤੇ ਮਰ ਜਾਂਦੇ ਨੇ, ਆਪਣੀਆਂ ਖੁਸ਼ੀਆਂ ਗਵਾ ਲੈਂਦੇ ਨੇ, ਆਪਣੇ ਅੰਦਰੋਂ ਇਨਸਾਨੀਅਤ ਗਵਾ ਲੈਂਦੇ ਨੇ, ਆਪਣੀ ਜ਼ਮੀਰ ਮਾਰ ਬੈਂਦੇ ਨੇ। ਕੌਣ? ਉਹ ਲੋਕ ਜਿਨ੍ਹਾਂ ਦੇ ਮਨ ਵਿੱਚ ਰੱਬੀ ਗੁਣ ਨਹੀਂ ਹਨ। ਜਿਨ੍ਹਾਂ ਦੇ ਮਨ ਵਿੱਚ ਰੱਬੀ ਗੁਣ ਨਹੀਂ, ਉਹ ਠੱਗੇ ਜਾਂਦੇ ਨੇ। ਲੇਕਿਨ ਜੀਵੇ ਦਾਤਾ ਮਰੇ ਨਾ ਕੋਈ, ਜਿਨ੍ਹਾਂ ਦਾ ਵਿਸ਼ਵਾਸ ਰੱਬੀ ਗੁਣਾਂ ਦੇ ਉੱਤੇ ਹੈ, ਰਜਾ ਦੇ ਵਿੱਚ ਹੈ, ਉਹ ਆਤਮਿਕ ਮੌਤੇ ਨਹੀਂ ਮਰਦੇ। ਤਾਂ ਇਸ ਲਈ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਆਤਮਿਕ ਜੀਵਨ ਮਿਲੇ, ਆਤਮਿਕ ਖੁਸ਼ੀਆਂ, ਖੇੜੇ ਮਿਲਣ, ਤਾਂ ਫਿਰ ਸਾਨੂੰ ਹੀ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ। ਤੇ ਜੇ ਅਸੀਂ ਰੱਬੀ ਗੁਣਾਂ ਦੇ ਨਾਲ ਨਹੀਂ ਜੁੜਦੇ ਤਾਂ ਦੁਨੀਆ ਨੂੰ ਠੱਗਦੇ ਠੱਗਦੇ ਅਸੀਂ ਆਪ ਹੀ ਠੱਗੇ ਜਾਵਾਂਗੇ। ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ। ਹੁਣ ਸਾਨੂੰ ਕੀ ਕਰਨਾ ਚਾਹੀਦਾ? ਪੂਰੇ ਸਤਿਗੁਰ ਦੀ ਦੱਸੀ ਹੋਈ ਕਾਰ ਜਿਹੜੀ ਹੈ ਨਾ, ਉਹ ਕਰਨੀ ਚਾਹੀਦੀ। ਪਰ ਇਹ ਕਾਰ ਕਿਵੇਂ ਕੀਤੀ ਜਾਏਗੀ? ਕਰਮ ਦੁਆਰਾ, ਕਿਰਪਾ ਦੁਆਰਾ। ਗੁਰੂ ਦੀ ਕਿਰਪਾ ਰਾਹੀਂ ਸਾਨੂੰ ਇਹ ਗੁਰੂ ਦੀ ਕਾਰ ਮਿਲਦੀ ਹੈ। ਕਾਰ ਦਾ ਮਤਲਬ ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਬਿਹੇਵ ਕਰਦੇ ਹਾਂ, ਯਾਨੀ ਆਪਣੀ ਜ਼ਿੰਦਗੀ ਨੂੰ ਜੋ ਅਸੀਂ ਜੀਂਦੇ ਹਾਂ, ਕਰਮ ਕਰਦੇ ਹਾਂ, ਤਾਂ ਗੁਰੂ ਦੀ ਰਹਿਮਤ ਰਾਹੀਂ ਇਹ ਕਾਰ ਜਿਹੜੀ ਹੈ ਕੀਤੀ ਜਾ ਸਕਦੀ ਹੈ। ਗੁਣ ਸਾਨੂੰ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਮਿਲਣਗੇ। ਜਿਵੇਂ ਹੁਣ ਅਸੀਂ ਆਪਣੀ ਮੱਤ ਕਰਦੇ ਹਾਂ, ਤਾਂ ਆਪਣੀ ਮੱਤ ਰਾਹੀਂ ਤਾਂ ਮੈਂ ਝੂਠ ਵੀ ਬੋਲ ਸਕਦਾ, ਈਰਖਾ ਕਰ ਸਕਦਾ, ਚੋਰੀ ਕਰ ਸਕਦਾ, ਬੇਈਮਾਨੀ ਕਰ ਸਕਦਾ, ਨਸ਼ਿਆਂ ਦੀ ਵਰਤੋਂ ਕਰ ਸਕਦਾ। ਮੇਰੀ ਮੱਤ ਤਾਂ ਇਹ ਮੈਨੂੰ ਫੈਸਲੇ ਲੈਣ ਵਾਸਤੇ ਪ੍ਰੇਰ ਦੇਵੇਗੀ, ਮੈਂ ਫੈਸਲੇ ਲੈ ਲਵਾਂਗਾ। ਪਰ ਜੇ ਮੈਂ ਗੁਰੂ ਦੀ ਮੱਤ ਰਾਹੀਂ ਸੋਚਾਂਗਾ ਤਾਂ ਫਿਰ ਗੁਰੂ ਜੀ ਮੈਨੂੰ ਝੂਠ ਤੋਂ ਵੀ ਵਰਜਣਗੇ, ਈਰਖਾ ਤੋਂ ਵਰਜਣਗੇ, ਨਸ਼ਿਆਂ ਤੋਂ ਵਰਜਣਗੇ। ਗੁਰੂ ਜੀ ਤਾਂ ਮੈਨੂੰ ਕਹਿਣਗੇ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜਾਂ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ। ਤਾਂ ਸਾਨੂੰ ਗੁਰੂ ਦੀ ਕਾਰ ਕਰਨੀ ਚਾਹੀਦੀ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰਨਾ ਚਾਹੀਦਾ ਹੈ, ਗੁਰੂ ਦੀ ਰਹਿਮਤ ਦੇ ਪਾਤਰ ਬਣਨਾ ਚਾਹੀਦਾ ਹੈ। ਗੁਰਮਤੀ ਆਪ ਗਵਾਏ, ਨਾਮ ਧਿਆਈ ਹੈ। ਨਾਮ ਦਾ ਮਤਲਬ ਹੁਕਮ, ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਗੁਰਮਤੀ ਦਾ ਮਤਲਬ ਗੁਰੂ ਦੀ ਮੱਤ ਤੇ ਧਾਰਨੀ ਬਣ ਕੇ। ਆਪ ਗਵਾਏ ਦਾ ਮਤਲਬ ਆਪਣਾ ਆਪਾ ਗਵਾ ਕੇ, ਆਪਣੀ ਈਗੋ ਦੂਰ ਕਰਕੇ। ਈਗੋ ਦੇ ਦੋ ਵਿਗੜੇ ਹੋਏ ਰੂਪ ਨੇ ਨਾ, ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ। ਗੁਰੂ ਦੀ ਮੱਤ ਰਾਹੀਂ ਇਹਨਾਂ ਦੋਹਾਂ ਨੂੰ ਖਤਮ ਕਰ ਦੋ। ਇਨਫੀਰੀਓਰਿਟੀ ਕੰਪਲੈਕਸ ਵੀ ਰੋਗ ਹੈ, ਜਿਹੜੀ ਹੀਨ ਭਾਵਨਾ ਹੈ, ਰੋਗ ਹੈ। ਜੇ ਹੀਨ ਭਾਵਨਾ ਚੋਂ ਕੋਈ ਬਾਹਰ ਨਹੀਂ ਨਾ ਨਿਕਲਦਾ ਤਾਂ ਹੌਲੇ ਹੌਲੇ ਉਹ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦਾ ਹੈ,
ਔਰ ਹੌਲੇ ਹੌਲੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਮਾਨਸਿਕ ਰੋਗ ਦਾ, ਜਿਸ ਦੇ ਅੰਦਰ ਹੀਨ ਭਾਵਨਾ ਹੈ ਕਿ ਮੈਂ ਤੇ ਕੁਝ ਨਹੀਂ ਕਰ ਸਕਦਾ, ਮੈਨੂੰ ਤਾਂ ਕੋਈ ਪਸੰਦ ਨਹੀਂ ਕਰਦਾ, ਹੁਣ ਤੇ ਬੁੱਢੇ ਹੋ ਗਏ ਆ, ਹੁਣ ਤੇ ਗੋਡੇ ਨਹੀਂ ਉੱਠਦੇ, ਮੈਂ ਤੇ ਕੁਝ ਕਰਨ ਜੋਗਾ ਨਹੀਂ, ਮੇਰੀ ਤਾਂ ਯਾਦਦਾਸ਼ਤ ਠੀਕ ਨਹੀਂ ਹੈ, ਮੈਨੂੰ ਤੇ ਸਾਰੇ ਇਗਨੋਰ ਕਰਦੇ ਨੇ, ਰੱਬ ਇਹਦੇ ਨਾਲੋਂ ਚੁੱਕ ਹੀ ਲਵੇ ਤੇ ਠੀਕ ਹੈ। ਜਿਹੜਾ ਇਹੋ ਜਿਹੀ ਵਿਚਾਰ ਹੈ ਨਾ, ਇਹ ਵੀ ਹਉਮੈ ਦਾ ਵਿੰਗੜਿਆ ਹੋਇਆ ਰੂਪ ਹੈ। ਇਹਨੂੰ ਛੱਡ ਦਿਓ, ਇਹਦੇ ਚੋਂ ਬਾਹਰ ਆਓ, ਆਪਣੇ ਅੰਦਰ ਪੋਜ਼ਿਟਿਵਿਟੀ ਪੈਦਾ ਕਰੋ। ਤੁਸੀਂ ਕਿਉਂ ਨਹੀਂ ਕਰ ਸਕਦੇ? ਕੀ ਰੀਜ਼ਨ ਕੀ ਹੈ? ਤੁਹਾਡੇ ਵਿੱਚ ਕੀ ਕਮੀ ਹੈ? ਉਹ ਕਿਹੜੀ ਸ਼ੈ ਹੈ ਜਿਹੜੀ ਦੂਜਿਆਂ ਵਿੱਚ ਹੈ ਤੇ ਤੁਹਾਡੇ ਵਿੱਚ ਨਹੀਂ? ਕਿ ਦੂਜਿਆਂ ਨੂੰ ਸੂਰਜ, ਚੰਦਰਮਾ, ਧਰਤੀ, ਆਕਾਸ਼, ਧੁੱਪ, ਛਾਂ, ਦੂਜਿਆਂ ਨੂੰ ਤੇ ਸਾਰੀਆਂ ਚੀਜ਼ਾਂ ਮਿਲੀਆਂ ਹੋਈਆਂ ਨੇ ਤੇ ਮੈਨੂੰ ਨਹੀਂ ਮਿਲੀਆਂ। ਦੂਜਿਆਂ ਨੂੰ ਰੱਬ ਨੇ ਦਿਮਾਗ ਦਿੱਤਾ ਹੈ, ਮੇਰੇ ਕੋਲ ਦਿਮਾਗ ਕੋਈ ਨਹੀਂ। ਦੂਜਿਆਂ ਕੋਲ ਅੱਖਾਂ ਹੈ ਨੇ, ਮੇਰੇ ਕੋਲ ਅੱਖਾਂ ਹੈ ਨਹੀਂ। ਦੂਜੇ ਮਾਂ ਦੇ ਗਰਭ ਵਿੱਚ 9 ਮਹੀਨੇ ਰਹਿ ਕੇ ਆਏ ਸਨ ਤੇ ਮੈਂ ਅਮਰੂਦ ਦੇ ਪੇੜ ਤੋਂ ਟੁੱਟ ਕੇ ਡਿੱਗਾ ਤਾਂ ਨਹੀਂ ਮੈਂ ਕਾਮਯਾਬ ਹੋ ਸਕਦਾ। ਦੂਜਿਆਂ ਨੂੰ 24 ਘੰਟੇ ਮਿਲਦੇ ਨੇ, ਮੈਨੂੰ ਤੇ ਟਾਈਮ ਹੀ ਰੱਬ 12 ਘੰਟੇ ਦਿੰਦਾ ਹੈ। 24 ਘੰਟੇ ਤੁਹਾਨੂੰ ਮਿਲ ਰਹੇ ਨੇ। ਕੀ ਪ੍ਰੋਬਲਮ ਹੈ? ਪ੍ਰੋਬਲਮ ਤੇ ਕੋਈ ਨਹੀਂ, ਸੋਚ ਦੀ ਪ੍ਰੋਬਲਮ ਹੈ, ਵਰਡਿੰਗ ਦੀ ਪ੍ਰੋਬਲਮ ਹੈ ਕਿ ਮੈਂ ਕੁਝ ਨਹੀਂ ਕਰ ਸਕਦਾ, ਮੈਨੂੰ ਲੋਕ ਲਾਈਕ ਨਹੀਂ ਕਰਦੇ। ਇਹ ਤਾਂ ਤੁਹਾਡੇ ਆਪਣੇ ਖਿਆਲਾਤ ਨੇ ਨਾ। ਨਹੀਂ ਲਾਈਕ ਕਰਦੇ ਤੇ ਨਾ ਕਰਨ, ਤੁਸੀਂ ਮਨੋਰੰਜਨ ਥੋੜੀ, ਤੁਸੀਂ ਟੈਲੀਵਿਜ਼ਨ ਥੋੜੀ ਕਿ ਲੋਕਾਂ ਦਾ ਮਨੋਰੰਜਨ ਕਰਾਉਣ ਵਾਸਤੇ ਆਏ ਹੋ। ਇਨਫੀਰੀਓਰਿਟੀ ਕੰਪਲੈਕਸ ਵਿਗੜਿਆ ਹੋਇਆ ਰੂਪ ਹੈ, ਇਹਨੂੰ ਖਤਮ ਕਰੋ। ਦੂਜਾ ਹੈ ਸੁਪਰੀਓਰਿਟੀ ਕੰਪਲੈਕਸ ਕਿ ਮੈਂ ਹੀ ਸਭ ਕੁਛ ਹਾਂ, ਮੇਰੇ ਤੋਂ ਬਿਨਾ ਹੋਰ ਕੋਈ ਕਰ ਹੀ ਨਹੀਂ ਸਕਦਾ। ਇਹ ਵੀ ਗਲਤ ਹੈ। ਤਾਂ ਆਪਣੇ ਆਪੇ ਨੂੰ ਗਵਾ ਕੇ, ਆਪਣੀ ਮੱਤ ਨੂੰ ਛੱਡ ਕੇ, ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਨਾਮ ਧਿਆਈਏ। ਨਾਮ ਨੂੰ, ਹੁਕਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਚੀਜ਼ ਧਿਆਨ ਵਿੱਚ ਰਹਿਣੀ ਚਾਹੀਦੀ ਕਿ ਹਰ ਚੀਜ਼ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਕੁਝ ਨਹੀਂ। ਜਪਜੀ ਸਾਹਿਬ ਵਿੱਚ ਅਸੀਂ ਵਿਚਾਰ ਆਏ ਆ ਨਾ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਗੁਰੂ ਜੀ ਨੇ ਸਾਨੂੰ ਸਮਝਾਇਆ ਨਾ, ਹੁਕਮੀ ਹੋਣ ਆਕਾਰ। ਹੁਕਮ ਮਤਲਬ ਸਿਸਟਮ ਦੇ ਅੰਦਰ ਸਾਰਾ ਕੁਝ ਪੈਦਾ ਹੋ ਰਿਹਾ ਹੈ। ਜੀਵ ਜੰਤ ਸਿਸਟਮ ਵਿੱਚ ਪੈਦਾ ਹੋ ਰਹੇ ਨੇ, ਹੁਕਮ ਵਿੱਚ ਵਡਿਆਈਆਂ ਨੇ, ਹੁਕਮ ਵਿੱਚ ਦੁੱਖ ਨੇ, ਹੁਕਮ ਵਿੱਚ ਸੁੱਖ ਨੇ, ਹੁਕਮ ਦੇ ਅੰਦਰ ਹੀ ਚੰਗੇ ਔਰ ਮੰਦੇ ਇਨਸਾਨ ਬਣਦੇ ਨੇ। ਤਾਂ ਇਹ ਚੀਜ਼ ਨੂੰ ਧਿਆਨ ਵਿੱਚ ਰੱਖੋ। ਇਸੇ ਨੂੰ ਕਹਿੰਦੇ ਨੇ ਨਾਮ ਸਿਮਰਨ। ਸਿਮਰਨ ਦਾ ਮਤਲਬ ਯਾਦ, ਨਾਮ ਦਾ ਮਤਲਬ ਹੁਕਮ। ਗੁਰੂ ਦੀ ਮਾਤਰਾ ਹੀ ਆਪਣੇ ਆਪੇ ਨੂੰ ਗਵਾਓ ਔਰ ਹੁਕਮ ਨੂੰ ਧਿਆਨ ਵਿੱਚ ਰੱਖੋ। ਹੁਕਮ ਦੇ ਅੰਦਰ ਤੁਰੋ, ਸਿਸਟਮ ਦੇ ਅੰਦਰ ਤੁਰੋ। ਦੁਨੀਆ ਦੀ ਕੋਈ ਤਾਕਤ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ, ਸੁਖੀ ਔਰ ਸ਼ਾਂਤ ਹੋਣ ਤੋਂ ਰੋਕ ਨਹੀਂ ਸਕਦੀ। ਇਸ ਲਈ ਗੁਰੂ ਦੀ ਮਾਤਰਾ ਹੀ ਆਪਣੇ ਆਪੇ ਨੂੰ ਗਵਾ ਕੇ ਨਾਮ ਨੂੰ, ਹੁਕਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਤੇ ਜੇ ਐਵੇਂ ਨਹੀਂ ਕਰਾਂਗੇ, ਹੁਕਮ ਵਿੱਚ ਨਹੀਂ ਲੱਗਾਂਗੇ, ਫਿਰ ਕੀ ਹੋਏਗਾ? ਦੂਜੀ ਕਾਰ ਹੈ ਲੱਗ, ਜਨਮ ਗਵਾਈਏ। ਜੇ ਪ੍ਰਭੂ ਦੇ ਹੁਕਮ ਨੂੰ ਮੰਨਣਾ ਛੱਡ ਦਈਏ, ਗੁਰੂ ਦੇ ਦੱਸੇ ਰਾਹ ਤੇ ਨਾ ਤੁਰੀਏ, ਗਿਆਨ ਦੀ ਸਹੀ ਵਰਤੋਂ ਨਾ ਕਰੀਏ, ਹੁਕਮ ਵਿੱਚ ਨਾ ਤੁਰੀਏ ਤੇ ਕਿਸੇ ਹੋਰ ਕੰਮ ਵਿੱਚ ਲੱਗ ਜਾਈਏ ਕਿ ਮੈਂ ਹੁਕਮ ਨੂੰ ਤੇ ਫੋਲੋ ਨਹੀਂ ਕਰਦਾ ਤੇ ਚਲੋ ਮੈਂ ਵਰਤ ਰੱਖ ਲੈਣਾ ਵਾ, ਸੋਮਵਾਰ ਦਾ ਮੈਂ ਵਰਤ ਰੱਖ ਲਾਂਗਾ, ਬੁੱਧਵਾਰ ਦਾ ਰੱਖ ਲਾਂਗਾ, ਸ਼ਨੀਵਾਰ ਦਾ ਰੱਖ ਲਾਂਗਾ। ਸ਼ਨੀਵਾਰ ਨੂੰ ਮੈਂ ਕਾਲੇ ਛੋਲੇ ਚੜਾਵਾਂਗਾ, ਵੀਰਵਾਰ ਨੂੰ ਮੈਂ ਮਾਂ ਦੀ ਦਾਲ ਚੜਾਵਾਂਗਾ, ਮੰਗਲਵਾਰ ਨੂੰ ਮੈਂ ਲੱਡੂ ਤੇ ਕੇਲੇ ਚੜਾ ਦਿਆਂਗਾ। ਤਾਂ ਇਹਦੇ ਨਾਲ ਕੀ ਹੋਏਗਾ? ਜਨਮ ਬੇਕਾਰ ਜਾਏਗਾ। ਕੀ ਕਰ ਲੋਗੇ ਕਿ ਮੰਗਲਵਾਰ ਵਾਲੇ ਦਿਨ ਮੈਂ ਕੇਲੇ ਚੜਾ ਦਿਆਂਗਾ ਤੇ ਮੇਰਾ ਮੁੰਡਾ ਇੰਜੀਨੀਅਰ ਲੱਗ ਜਾਏਗਾ, ਐਵੇਂ ਲੱਗ ਜਾਏਗਾ। ਕੋਈ ਬੰਦਾ ਕਹਿ ਰਿਹਾ ਸੀ, ਕਹਿੰਦਾ ਮੈਂ ਹਨੂਮਾਨ ਜੀ ਅੱਗੇ ਕੀਤੀ ਸੀ ਅਰਦਾਸ ਤੇ ਸਾਡਾ ਮੁੰਡਾ ਜਿਹੜਾ ਸੀ ਇੰਜੀਨੀਅਰ ਲੱਗ ਗਿਆ। ਬੰਦਾ ਪੁੱਛੇ ਵੀ ਜੇ ਹਨੂਮਾਨ ਇੰਜੀਨੀਅਰ ਲਵਾਉਂਦਾ ਹੋਵੇ ਤਾਂ ਸਾਰੇ ਬਾਂਦਰਾਂ ਨੂੰ ਡਾਕਟਰ ਨਾ ਬਣਾਏਗਾ, ਆਪਣੇ ਚਾਚਿਆਂ ਭਤੀਜਿਆਂ ਨੂੰ ਲਵਾਏਗਾ ਕਿ ਤੁਹਾਡਿਆਂ ਨੂੰ ਲਵਾਏਗਾ? ਤਾਂ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਹੁਕਮ ਦੇ ਅੰਦਰ ਹੈ ਹਰ ਸ਼ੈ, ਸਿਸਟਮ ਦੇ ਅੰਦਰ ਹੈ। ਜੇ ਸਿਸਟਮ ਤੋਂ ਬਾਹਰ ਕੁਝ ਕਰੋਗੇ, ਜਨਮ ਬਰਬਾਦ ਹੋ ਜਾਏਗਾ। ਜੇ ਕੋਈ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ, ਮਨੋਚਿਕਿਤਸਕ ਬਣਨਾ ਚਾਹੁੰਦਾ ਹੈ ਤਾਂ ਸਿਸਟਮ ਹੈ ਨਾ, ਪੜ੍ਹਨਾ ਪਵੇਗਾ ਨਾ। ਜਿਹੜੇ ਉਹ ਕੋਰਸ ਨੇ ਕਰਨੇ ਪੈਣਗੇ ਤੇ ਉਹਨਾਂ ਨੂੰ ਪ੍ਰੈਕਟੀਕਲ ਕਰਨਾ ਪਵੇਗਾ, ਥਿਊਰੀ ਪੜ੍ਹਨੀ ਪਵੇਗੀ, ਤਾਂ ਹੀ ਹੈ ਨਾ। ਤੇ ਜੇ ਕੋਈ ਕਹੇ ਕਿ ਮੰਗਲਵਾਰ ਦੇ ਵਰਤ ਮੈਂ ਰੱਖੀ ਜਾਵਾਂਗਾ ਲਗਾਤਾਰ, ਮੈਂ ਪ੍ਰਾਣਾਯਾਮ ਕਰੀ ਜਾਵਾਂਗਾ, ਦਸਮ ਦੁਆਰ ਵਿੱਚ ਪ੍ਰਾਣ ਚੜਾਵਾਂਗਾ, ਪਰ ਸਕੂਲੇ ਮੈਂ ਨਹੀਂ ਜਾਣਾ ਤੇ ਮੈਂ ਡਾਕਟਰ ਬਣ ਜਾ, ਆਪਰੇਸ਼ਨ ਕਰਨ ਵਾਲਾ, ਕਦੀ ਹੋ ਸਕਦਾ ਐਵੇਂ? ਇਸ ਲਈ ਗੁਰੂ ਜੀ ਕਹਿੰਦੇ ਨੇ, ਜੇ ਦੂਜੀ ਕਾਰ ਵਿੱਚ ਲੱਗੋਗੇ, ਹੁਕਮ ਨੂੰ ਛੱਡ ਕੇ ਜਨਮ ਗਵਾ ਲੋਗੇ, ਦਸਮ ਦੁਆਰ ਵਿੱਚ ਪ੍ਰਾਣ ਚੜਾ ਕੇ ਐਵੇਂ ਆਪਣਾ ਟਾਈਮ ਬਰਬਾਦ ਕਰੋਗੇ। ਗੁਰਬਾਣੀ ਪਾਵਨ ਬਾਣੀ ਵਿੱਚ ਬਚਨ ਕਰਦੀ ਹੈ ਨਾ, ਮਨ ਨਿਰਮਲ ਨਹੀਂ, ਦਸਵੇਂ ਦੁਆਰ ਭ੍ਰਮ ਭ੍ਰਮ ਆਵੇ ਮੂੜਾ, ਵਾਰੋ ਵਾਰ।
ਕਿ ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਨਾਲ ਮਨ ਨਿਰਮਲ ਨਹੀਂ ਹੁੰਦਾ, ਸਗੋਂ ਇਹੋ ਜਿਹੇ ਕੰਮਾਂ ਵਿੱਚ ਲੱਗਾ ਹੋਇਆ ਮੂਰਖ ਮਨੁੱਖ ਭਟਕਣਾ ਵਿੱਚ ਪਿਆ ਰਹਿੰਦਾ ਹੈ। ਤਾਂ ਜਨਮ ਗਵਾਚ ਗਿਆ ਨਾ। ਜੇ ਸਿਸਟਮ ਨੂੰ ਫੋਲੋ ਨਹੀਂ ਕਰਦੇ, ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ ਤੇ ਤੀਰਥਾਂ ਤੇ ਨਹਾਉਂਦੇ ਫਿਰਦੇ ਆ, ਤਾਂ ਜਨਮ ਗਵਾਚੇਗਾ, ਸਮਾਂ ਬਰਬਾਦ ਹੋਏਗਾ, ਪੈਸੇ ਦੀ ਬਰਬਾਦੀ ਹੋਏਗੀ, ਕੰਮ ਗਵਾਓਗੇ ਤੇ ਮਿਲਣਾ ਕੀ? ਕੁਛ ਵੀ ਨਹੀਂ। ਜੇ ਤੇ ਨਹਾਉਣ ਹੀ ਜਾਣਾ ਤੇ ਨਹਾ ਕਰ ਲਓ। ਨਹਾਉਣ ਨਾਲ ਥੋੜੀ ਕੋਈ ਬਾਤ ਬਣਨੀ ਹੈ। ਬਾਤ ਤੇ ਤਾਂ ਬਣੇਗੀ ਜੇ ਅੰਦਰਲੀ ਮਾਨਸਿਕਤਾ ਨੂੰ ਸਾਫ਼ ਕਰਨਾ ਹੈ। ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ, ਨਾਮੈ ਕੇ ਰੰਗ। ਨਾਮ ਦੇ ਨਾਲ ਪ੍ਰੀਤ, ਨਾਮ ਮੀਨਸ ਹੁਕਮ। ਦੂਜੀ ਕਾਰ ਹੈ ਲੱਗ ਜਨਮ ਗਵਾਈਏ, ਗੁਰੂ ਦੀ ਮੱਤ ਨੂੰ ਛੱਡ ਕੇ, ਰੱਬੀ ਹੁਕਮ ਨੂੰ ਛੱਡ ਕੇ ਜੇ ਕੋਈ ਹੋਰ ਕਰਮ ਕਰੋਗੇ ਤੇ ਜਨਮ ਗਵਾਚ ਜਾਏਗਾ, ਬੇਕਾਰ ਜਾਏਗਾ, ਸਮਾਂ ਵਿਅਰਥ ਜਾਏਗਾ। ਤੇ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸਮਝਾਇਆ ਵੀ ਹੈ ਕਿ ਤੁਸੀਂ ਆਪਣੇ ਜੀਵਨ ਨੂੰ ਅਕਾਰਤ ਕਰ ਲਿਆ ਹੈ। ਅਕਾਰਤ ਦਾ ਮਤਲਬ ਦੁਖੀ, ਅਕ ਦਾ ਮਤਲਬ ਦੁੱਖ ਤੇ ਅਰਥ ਦਾ ਮਤਲਬ ਹੁੰਦਾ ਹੈ ਫਲ। ਅਕਾਰਤ ਦਾ ਮਤਲਬ ਅਕ ਅਰਥ ਦੁਖਦਾਈ। ਤੂੰ ਜ਼ਿੰਦਗੀ ਦੁਖਦਾਈ ਕਰ ਲਈ ਹੈ ਕਿਉਂਕਿ ਤੂੰ ਗੋਬਿੰਦ ਦੇ ਗੁਣ ਨਹੀਂ ਗਾਏ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਜਨਮ ਦੁਖਦਾਈ ਤਾਂ ਬਣ ਗਿਆ ਕਿ ਤੂੰ ਗੁਣ ਨਹੀਂ ਗਾਏ। ਇਹ ਸਿਸਟਮ ਹੈ, ਰਜ਼ਾ ਹੈ, ਭਾਣਾ ਹੈ, ਹੁਕਮ ਹੈ। ਗੁਣ ਗਾਓਗੇ, ਗੁਣਾਂ ਦੇ ਧਾਰਨੀ ਹੋਗੇ ਤੇ ਸੁਖੀ ਹੋਗੇ। ਵਿਣ ਨਾਮੈ ਸਭ ਵਿਸ਼, ਪੈਜੈ ਖਾਈਐ। ਵਿਸ਼ ਦਾ ਮਤਲਬ ਜ਼ਹਿਰ, ਪੈਜੈ ਖਾਈਏ ਦਾ ਮਤਲਬ ਜੋ ਪਹਿਨੀਦਾ, ਜੋ ਖਾਈਦਾ। ਪੈਜੇ ਦਾ ਮਤਲਬ ਜੋ ਅਸੀਂ ਪਹਿਨਦੇ ਹਾਂ, ਖਾਈਏ ਦਾ ਮਤਲਬ ਜੋ ਖਾਂਦੇ ਹਾਂ। ਵਿਣ ਨਾਮੈ, ਨਾਮ ਦਾ ਮਤਲਬ ਹੁਕਮ। ਰੱਬੀ ਰਜਾ ਨੂੰ ਵਿਸਾਰ ਕੇ ਜੋ ਕੁਝ ਵੀ ਪਹਿਨੀਦਾ ਔਰ ਖਾਈਦਾ ਹੈ ਉਹ ਜ਼ਹਿਰ ਬਣ ਜਾਂਦਾ ਹੈ। ਹੁਣ ਇਹ ਚੀਜ਼ ਨੂੰ ਥੋੜਾ ਸਮਝੋ ਕਿ ਕਿਸੇ ਨੂੰ ਸ਼ੂਗਰ ਹੋਈ ਹੋਵੇ, ਸ਼ੂਗਰ ਹੋਈ ਹੋਵੇ ਤੇ ਉਹ ਖੀਰ ਕੜਾ ਖਾਈ ਜਾਏ ਤੇ ਕੀ ਹੋਏਗਾ? ਉਹਦਾ ਸ਼ੂਗਰ ਵਧੇਗੀ ਨਾ। ਕੋਲੇਸਟ੍ਰੋਲ ਲੈਵਲ ਹਾਈ ਹੈ ਤੇ ਖਾਵੇ ਬ੍ਰੈਡ ਪੀਸ ਤਲ ਤਲ ਕੇ, ਪਕੌੜੇ ਪਨੀਰ ਵਾਲੇ, ਤਾਂ ਕੀ ਹੋਏਗਾ? ਕਿਉਂਕਿ ਨਾਮ ਨੂੰ ਵਿਸਾਰ ਦਿੱਤਾ ਨਾ, ਉਹ ਜ਼ਹਿਰ ਬਣ ਜਾਏਗਾ। ਜੇ ਹੁਕਮ ਤੋਂ ਉਲਟ ਕੁਝ ਖਾਓਗੇ ਸਿਸਟਮ ਤੋਂ, ਉਹ ਸਰੀਰ ਵਾਸਤੇ ਜ਼ਹਿਰ ਬਣ ਜਾਏਗਾ। ਹੁਣ ਆ ਪਰੌਂਠੇ ਨੇ ਨਾ, ਮੂਲੀ ਵਾਲੇ, ਆਪਣੇ ਗੋਭੀ ਵਾਲੇ, ਪਨੀਰ ਵਾਲੇ ਪਰੌਂਠੇ ਸਾਡੀ ਮਨਭਾਉਂਦੀ ਖੁਰਾਕ ਹੈ, ਵਧੀਆ ਲੱਗਦੇ ਨੇ। ਤੇ ਸਿਸਟਮ ਹੈ ਨਾ, ਇੱਕ ਖਾ ਲਓ, ਦੋ ਖਾ ਲਓ, ਜ਼ਿਆਦਾ ਤੋਂ ਜ਼ਿਆਦਾ ਤਿੰਨ ਖਾ ਲਓ, ਚਾਰ ਖਾ ਲੋਗੇ। ਤੇ ਜੇ ਕੋਈ 10-15 ਖਾ ਜਾਏ, 20 ਖਾ ਜਾਏ, ਫਿਰ ਕੀ ਹੋਏਗਾ? ਪਰੌਂਠੇ ਜ਼ਹਿਰ ਬਣ ਜਾਣਗੇ ਨਾ, ਦੁਖਦਾਈ ਹੋਏਗਾ ਨਾ। ਕੋਈ ਵੀ ਚੀਜ਼ ਹੱਦੋਂ ਬਹੁਤੀ, ਸਿਸਟਮ ਤੋਂ ਬਾਹਰ ਜੇ ਵਰਤੋਗੇ ਤੇ ਕੀ ਹੋਏਗਾ? ਪਹਿਨਣਾ, ਜੇ ਸਿਸਟਮ ਤੋਂ ਉਲਟ ਪਹਿਨੋਗੇ ਤਾਂ ਜ਼ਹਿਰ ਬਣ ਜਾਏਗਾ। ਹੁਣ ਜੇ ਗਰਮੀ ਹੈ ਬਾਹਰ ਤੇ ਬੰਦਾ ਇਨਰ ਵੀ ਪਾ ਲਵੇ, ਉੱਤੇ ਸ਼ਰਟ ਵੀ ਪਾ ਲਵੇ, ਉੱਤੇ ਇੱਕ ਸਵੈਟਰ ਪਾ ਲਵੇ, ਉੱਤੇ ਕੋਟ ਤੇ ਉੱਤੇ ਓਵਰਕੋਟ ਪਾ ਕੇ ਤੇ ਬਾਹਰ ਹਾੜ ਦੇ ਵਿੱਚ ਫਿਰੇ ਤੇ ਕੀ ਹੋਏਗਾ? ਪਹਿਨਣਾ ਜ਼ਹਿਰ ਬਣ ਜਾਏਗਾ ਨਾ, ਦੁਖਦਾਈ ਹੋ ਜਾਏਗਾ। ਤੇ ਜੇ ਸਿਆਲ ਹੈ, ਬਾਹਰ ਮਾਈਨਸ ਟੈਂਪਰੇਚਰ ਹੈ ਤੇ ਕੋਈ ਮਲਮਲ ਦਾ ਕਮੀਜ਼ ਪਜਾਮਾ ਪਾ ਕੇ ਬਾਹਰ ਤੁਰਿਆ ਫਿਰੇ ਤਾਂ ਜ਼ਹਿਰ ਹੋ ਜਾਏਗਾ ਨਾ। ਇਸ ਲਈ ਨਾਵੇਂ ਦਾ ਮਤਲਬ ਹੁਕਮ। ਇੱਥੇ ਇਹ ਨਹੀਂ ਵੀ ਵਾਹਿਗੁਰੂ ਵਾਹਿਗੁਰੂ ਕਰਕੇ ਮਲਮਲ ਪਾ ਕੇ ਬਾਹਰ ਚਲੇ ਗਏ ਜਾਓਗੇ ਤੇ ਕੁਛ ਨਹੀਂ ਹੋਣ ਲੱਗਾ, ਐਵੇਂ ਨਹੀਂ ਹੋਣਾ। ਸਿਸਟਮ, ਨਾਮ ਦਾ ਮਤਲਬ ਸਿਸਟਮ। ਵਿਣ ਨਾਵੇਂ ਸਭ ਵਿਸ਼, ਪੈਜੇ ਖਾਈਏ। ਹੁਕਮ ਨੂੰ ਸਮਝਣ ਤੋਂ ਬਿਨਾ, ਹੁਕਮ ਤੋਂ ਬਾਹਰ ਜਾ ਕੇ ਜੋ ਵੀ ਖਾਣਾ ਔਰ ਪਹਿਨਣਾ ਹੈ ਉਹ ਜ਼ਹਿਰ ਬਣ ਜਾਏਗਾ। ਸਾਰੀ ਜ਼ਿੰਦਗੀ ਜ਼ਹਿਰੀਲੀ ਹੋ ਜਾਏਗੀ। ਵਿਸ਼ੇ ਵਿਕਾਰ ਜ਼ਿੰਦਗੀ ਵਿੱਚ ਆ ਜਾਣਗੇ, ਰੋਗਾਂ ਦੇ ਧਾਰਨੀ ਹੋ ਜਾਵਾਂਗੇ। ਇਸ ਲਈ ਨਾਮ ਦੀ ਮਹਾਨਤਾ ਹੈ। ਨਾਮ ਮੀਨਸ ਹੁਕਮ। ਸੱਚਾ ਸ਼ਬਦ ਸਾਲਾ, ਸੱਚ ਸਮਾਈਏ। ਸਮਾਈਏ ਦਾ ਮਤਲਬ ਸਮਾ ਜਾਈਦਾ ਹੈ। ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਸੱਚ ਵਿੱਚ। ਸੱਚਾ ਸ਼ਬਦ ਸਲਾਹੇ, ਸੱਚ ਸਮਾਈਏ। ਸੱਚਾ ਸ਼ਬਦ, ਗੁਰੂ ਦਾ ਸੱਚਾ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਮੱਤ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਸੱਚੇ ਸ਼ਬਦ ਨੂੰ ਗਾਵਿਆਂ, ਸੱਚੇ ਉਪਦੇਸ਼ ਨੂੰ ਅਪਣਾਇਆ, ਸੱਚ ਸਮਾਈਏ, ਸੱਚ ਦੇ ਅੰਦਰ ਹੀ ਸਮਾ ਜਾਈਦਾ। ਹੁਣ ਜੇ ਸੱਚ ਬੋਲੋਗੇ, ਸੱਚ ਵਿੱਚ ਸਮਾ ਜਾਓਗੇ। ਜਿਹੜਾ ਬੰਦਾ ਸੱਚ ਸੁਣਦਾ ਹੈ,
ਸੱਚ ਬੋਲਦਾ ਹੈ, ਸੱਚ ਵੇਖਦਾ ਹੈ, ਸੱਚ ਕਮਾਉਂਦਾ ਹੈ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਜੁੜਿਆ, ਸੱਚ ਦਾ ਹੀ ਰੂਪ ਹੋ ਜਾਏਗਾ ਨਾ, ਉਹ ਸੱਚ ਅੰਦਰ ਹੀ ਸਮਾ ਜਾਏਗਾ। ਯਾਨੀ ਜੇ ਅਸੀਂ ਮਨ, ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਨੂੰ ਅਪਣਾ ਲਈਏ ਤਾਂ ਅਸੀਂ ਰੱਬ ਦੇ ਹੀ ਰੂਪ ਹੋ ਜਾਵਾਂਗੇ, ਸੱਚ ਦੇ ਅੰਦਰ ਸਮਾ ਜਾਵਾਂਗੇ। ਇਸ ਲਈ ਅਸੀਂ ਸੱਚ ਦੇ ਅੰਦਰ ਸਮਾਣਾ ਹੈ, ਸਚਿਆਰ ਹੋਣਾ ਹੈ। ਸਾਡਾ ਇੱਕੋ ਹੀ ਗੋਲ ਹੈ ਕਿ ਸਚਿਆਰਾ ਹੋਈ ਹੈ। ਤੇ ਸਚਿਆਰ ਬਾਣੀ ਦੇ ਅੰਦਰ ਰੱਬ ਨੂੰ ਹੀ ਕਿਹਾ ਹੈ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਸਚਿਆਰ ਰੱਬ ਹੈ ਨਾ, ਤਾਂ ਅਸੀਂ ਰੱਬ ਕਿਵੇਂ ਹੋਣਾ ਹੈ? ਗੁਰਬਾਣੀ ਦਾ ਹਰ ਸ਼ਬਦ ਸਾਨੂੰ ਰੱਬ ਬਣਨ ਦੀ ਜਾਚ ਦੱਸ ਰਿਹਾ ਹੈ, ਰੱਬ ਦੇ ਵਿੱਚ ਮਿਲਣ ਦੀ ਜਾਚ ਦੱਸ ਰਿਹਾ ਹੈ। ਇੱਕ ਨਿੱਕੀ ਜੀ ਬੂੰਦ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਕਿਵੇਂ ਹੋਵੇ, ਉਹ ਜਾਚ ਦੱਸੀ ਜਾ ਰਹੀ ਹੈ ਕਿ ਬੂੰਦ ਸਮੁੰਦਰ ਬਣ ਜਾਏ। ਸਚਿਆਰ ਬਣਨਾ ਹੈ ਮਨ, ਬਚਨ, ਕਰਮ ਕਰਕੇ। ਤੇ ਸਚਿਆਰ ਬਣਨ ਵਾਸਤੇ ਇੱਕੋ ਹੀ ਸਾਧਨ ਹੈ ਬਾਣੀ ਵਿੱਚ, ਇੱਕ ਹੀ ਗੋਲ ਹੈ ਸਾਰੀ ਮਨੁੱਖਤਾ ਦਾ ਕਿ ਸਚਿਆਰਾ ਹੋਈ ਹੈ, ਕਿ ਕੂੜੇ ਟੁੱਟੇ ਪਾਲ ਆ, ਝੂਠ ਦੀਆਂ ਦੀਵਾਰਾਂ ਕਿਵੇਂ ਟੁੱਟ ਜਾਣ, ਸਚਿਆਰ ਕਿਵੇਂ ਹੋ ਜਾਈਏ। ਤੇ ਉਹਦੇ ਲਈ ਹੁਕਮ ਕੀ ਹੈ? ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਕਿ ਹੁਕਮ ਦੇ ਅੰਦਰ ਤੁਰਨਾ ਹੀ ਇੱਕੋ ਇੱਕ ਸਾਧਨ ਹੈ ਸਚਿਆਰ ਹੋਣ ਦਾ। ਤੇ ਗੁਰੂ ਨਾਨਕ ਦੇਵ ਜੀ ਇਹ ਗਾਰੰਟੀ ਦੇ ਰਹੇ ਨੇ, ਯੂਨੀਵਰਸਲ ਟਰੁੱਥ ਦੱਸ ਰਹੇ ਨੇ ਕਿ ਨਾਨਕ ਲਿਖਿਆ ਨਾਲ। ਨਾਲ ਦਾ ਮਤਲਬ ਜਦੋਂ ਤੋਂ ਇਹ ਕਾਇਨਾਤ ਪੈਦਾ ਹੋਈ ਹੈ, ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਇਹ ਨਿਯਮ ਚੱਲਿਆ ਆ ਰਿਹਾ ਹੈ ਕਿ ਜੋ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਚੱਲੇਗਾ ਉਹ ਸਚਿਆਰ ਹੋਊਗਾ। ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਫਿਰ ਅੱਗੇ ਉਸ ਹੁਕਮ ਦੀ ਵਿਆਖਿਆ ਕੀਤੀ ਹੈ, ਹੁਕਮੀ ਹੋਵਨ ਜੀ, ਕਿ ਸਿਸਟਮ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ। ਹੁਕਮ ਨਾ ਕਹਿਆ ਜਾਈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨਾਨਕ ਹੁਕਮੇ ਜੇ ਬੁੱਝੈ, ਜੇ ਕੋਈ ਇਸ ਹੁਕਮ ਨੂੰ ਸਮਝ ਲਵੇ ਤਾਂ ਹਉਮੈ ਕਹੇ ਨਾ ਕੋਈ, ਫਿਰ ਉਹ ਇਹ ਨਹੀਂ ਕਹੇਗਾ ਕਿ ਮੈਂ ਹੁਕਮ ਤੋਂ ਬਾਹਰ ਕੁਝ ਕਰ ਸਕਦਾ। ਨਾਨਕ ਹੁਕਮੇ ਜੇ ਬੁੱਝੈ, ਜੇ ਸਮਝ ਚੀਜ਼ ਆ ਜਾਏ ਤਾਂ ਹਉਮੈ ਕਹੇ ਨਾ ਕੋਈ, ਫਿਰ ਕੋਈ ਇਹ ਨਹੀਂ ਕਹੇਗਾ ਕਿ ਮੈਂ ਹੁਕਮ ਤੋਂ ਬਾਹਰ ਕੁਝ ਕਰ ਸਕਦਾ ਹਾਂ। ਤੇ ਸਿਧਾਂਤ ਉਹੀ ਹੁੰਦੇ ਨੇ ਜਿਨ੍ਹਾਂ ਦਾ ਰਿਜ਼ਲਟ ਹਰ ਵਕਤ ਉਹੀ ਨਿਕਲੇ। ਜਿਵੇਂ ਕਾਰਬਨ ਦਾ ਇੱਕ ਅਣੂ ਔਰ ਆਕਸੀਜਨ ਦਾ ਇੱਕ ਅਣੂ, ਜੇ ਇਹਨਾਂ ਦੋਵਾਂ ਨੂੰ ਜੋੜੋਗੇ ਨਾ, ਇੱਕ ਪਰਮਾਣੂ ਉਹਦਾ ਤੇ ਇੱਕ ਪਰਮਾਣੂ ਉਹਦਾ ਲਓਗੇ, ਤਾਂ ਫਿਰ ਕਾਰਬਨ ਮੋਨੋਆਕਸਾਈਡ ਇੱਕ ਜ਼ਹਿਰੀਲੀ ਗੈਸ ਬਣੇਗੀ। ਚਾਹੇ ਉਹਨੂੰ ਪਾਕਿਸਤਾਨ ਵਿੱਚ ਮਿਲਾ ਲਓ, ਇੰਡੀਆ ਵਿੱਚ ਮਿਲਾ ਲਓ, ਅਮਰੀਕਾ, ਕੈਨੇਡਾ, ਕਿਤੇ ਵੀ ਮਿਲਾ ਲਓ, ਉੱਥੇ ਹੀ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਬਣੇਗੀ। ਇੱਕ ਪਰਮਾਣੂ ਲਓ ਆਕਸੀਜਨ ਦਾ, ਇੱਕ ਕਾਰਬਨ ਦਾ ਲਓ। ਲੇਕਿਨ ਜੇ ਇੱਕ ਪਰਮਾਣੂ ਆਕਸੀਜਨ ਦਾ ਵਧਾ ਦਿਓ ਤੇ ਕਾਰਬਨ ਦਾ ਇੱਕ ਲਓ, ਤਾਂ ਉਹ ਕਾਰਬਨ ਡਾਈਆਕਸਾਈਡ ਬਣ ਜਾਏਗੀ। ਉਹ ਸਾਡੇ ਵਾਸਤੇ ਨੁਕਸਾਨਦਾਇਕ ਨਹੀਂ ਹੈ, ਉਹ ਪੌਦਿਆਂ ਵਾਸਤੇ ਸਾਹ ਲੈ ਕੇ ਜੀਵਨ ਦਾਨ ਦਿੰਦੀ ਹੈ। ਤੇ ਇਹ ਨਿਯਮ ਹੈ ਕਿ ਜਦੋਂ ਵੀ ਕਾਰਬਨ ਦਾ ਇੱਕ ਪਰਮਾਣੂ ਤੇ ਆਕਸੀਜਨ ਦੇ ਦੋ ਲਓਗੇ ਤੇ ਕਾਰਬਨ ਡਾਈਆਕਸਾਈਡ ਬਣੇਗੀ, ਜੇ ਇੱਕ ਇੱਕ ਲਓਗੇ ਤੇ ਕਾਰਬਨ ਮੋਨੋਆਕਸਾਈਡ ਬਣੇਗੀ। ਹਾਈਡਰੋਜਨ ਦਾ ਇੱਕ ਤੇ ਆਕਸੀਜਨ ਦੇ ਦੋ ਲਓਗੇ ਤੇ ਪਾਣੀ ਬਣੇਗਾ। ਇਹ ਸਿਧਾਂਤ ਹੈ ਨਾ, ਹਰ ਵੇਰੀ ਐਵੇਂ ਹੀ ਹੋਏਗਾ ਔਰ ਹਰ ਥਾਂ ਤੇ ਐਵੇਂ ਹੋਏਗਾ। ਇਹਨੂੰ ਕਹਿੰਦੇ ਨੇ ਸਿਧਾਂਤ। ਜੋ ਹਰ ਥਾਂ ਦੇ ਉੱਤੇ ਹਰ ਸਮੇਂ ਉਹੀ ਚੀਜ਼ ਹੋਵੇ ਉਹਨੂੰ ਸਿਧਾਂਤ ਕਹਿੰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਸਚਿਆਰ ਉਹੀ ਹੋਏਗਾ ਜੋ ਹੁਕਮ ਦੇ ਅੰਦਰ ਚੱਲੇਗਾ। ਹੁਕਮ ਤੋਂ ਬਾਹਰ ਚੱਲ ਕੇ ਐਸਾ ਕਦੇ ਨਹੀਂ ਹੋ ਸਕਦਾ ਕਿ ਜੇ ਕੋਈ ਕਹੇ ਕਿ ਮੈਂ ਝੂਠ ਬੋਲੀ ਜਾਵਾਂ, ਈਰਖਾ ਕਰਾਂ, ਦ્વેਸ਼ ਕਰਾਂ, ਜਾਤੀਵਾਦ ਨੂੰ ਮੰਨਾਂ ਤੇ ਮੈਂ ਤੀਰਥਾਂ ਤੇ ਨਹਾਵਾਂ ਤੇ ਪਵਿੱਤਰ ਹੋ ਜਾਵਾਂਗਾ, ਕਦੇ ਵੀ ਨਹੀਂ ਹੋਣਾ। ਇਸ ਲਈ ਸੱਚਾ ਸ਼ਬਦ ਸਾਲਾਹੇ ਸੱਚ ਸਮਾਈਐ। ਜੇ ਸੱਚੇ ਉਪਦੇਸ਼ ਦੀ ਸਿਫਤ ਸਲਾਹ ਕੀਤੀ ਜਾਏ, ਸੱਚ ਦੇ ਧਾਰਨੀ ਹੋਇਆ ਜਾਏ, ਤਾਂ ਬੰਦਾ ਸੱਚ ਦੇ ਅੰਦਰ ਸਮਾ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਵਿਣ ਸਤਿਗੁਰ ਸੇਵੇ, ਇੱਥੇ ਵਿਸ਼ਰਾਮ ਲਗਾਵਾਂਗੇ। ਨਾ ਹੀ ਸੁਖ ਨਿਵਾਸ ਫਿਰ ਆਈ ਹੈ। ਵਿਣ ਸਤਿਗੁਰ ਸੇਵੇ, ਗੁਰੂ ਦੀ ਸੇਵਾ ਤੋਂ ਬਿਨਾਂ ਨਾ ਹੀ ਸੁਖ ਨਿਵਾਸ। ਇੱਥੇ ਸੁਖ ਦੇ ਖੱਖੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਸੁਖ ਵਿੱਚ। ਜੇ ਸੁਖ ਦਾ ਖੱਖਾ ਮੁਕਤਾ ਹੁੰਦਾ ਫਿਰ ਹੋ ਜਾਣਾ ਸੀ ਸੁਖ ਦਾ ਨਿਵਾਸ, ਲੇਕਿਨ ਹੁਣ ਸੁਖ ਵਿੱਚ ਨਿਵਾਸ। ਵਿਣ ਸਤਿਗੁਰ ਸੇਵੇ, ਗੁਰੂ ਦੀ ਸੇਵਾ ਕਰਨ ਤੋਂ ਬਿਨਾਂ ਨਾ ਹੀ ਸੁਖ ਨਿਵਾਸ
ਕਿਸੇ ਦਾ ਵੀ ਸੁੱਖ ਦੇ ਅੰਦਰ ਨਿਵਾਸ ਨਹੀਂ ਹੋ ਸਕਦਾ। ਫਿਰ ਆਈਏ, ਮੁੜ ਕੇ ਆਈ ਦਾ ਮਤਲਬ ਬੰਦਾ ਭਟਕਣਾ ਦੇ ਅੰਦਰ ਪਿਆ ਰਹਿੰਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਸਤਿਗੁਰ ਦੀ ਸੇਵਾ ਤੋਂ ਬਿਨਾ ਬੰਦੇ ਦੀ ਸੁਰਤ ਦਾ ਨਿਵਾਸ ਸੁੱਖ ਦੇ ਅੰਦਰ ਨਹੀਂ ਹੁੰਦਾ, ਉਹ ਮੁੜ ਕੇ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ। ਹੁਣ ਗੁਰੂ ਦੀ ਸੇਵਾ ਕੀ ਹੈ? ਗੁਰੂ ਨੂੰ ਸੇਵਣਾ ਕੀ ਹੈ? ਗੁਰੂ ਦੀ ਸੇਵਾ ਦਾ ਮਤਲਬ ਹੈ ਗੁਰੂ ਦੇ ਹੁਕਮ ਵਿੱਚ ਤੁਰਨਾ। ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਜਿਹੜਾ ਸੇਵਕ ਹੈ ਨਾ, ਉਹਦੇ ਸੇਵਕ ਦੇ ਜੀਵਨ ਦੀਆਂ ਨਿਸ਼ਾਨੀਆਂ ਨੇ। ਸੇਵਕ ਦਾ ਮਤਲਬ ਸਿਰਫ ਇੰਨਾ ਨਹੀਂ ਕਿ ਗੁਰਦੁਆਰਾ ਸਾਹਿਬ ਆ ਕੇ ਝਾੜੂ ਦੇ ਦਿੱਤਾ, ਬਰਤਨ ਮਾਂਜ ਲੈ, ਭਾਂਡੇ ਮਾਂਜ ਲੈ, ਲੰਗਰ ਪਕਾ ਦਿੱਤਾ, ਛਕਾ ਦਿੱਤਾ, ਹੂਰ ਲਗਾ ਲਿਆ, ਪਾਠ ਕਰ ਲਿਆ, ਚੌਰ ਸਾਹਿਬ ਕਰ ਲਿਆ। ਇਹ ਸੇਵਾ ਹੈ? ਬਿਲਕੁਲ ਸੇਵਾ ਹੈ। ਕੋਈ ਦੋ ਰਾਏ ਨਹੀਂ ਕਿ ਸੇਵਾ ਹੈ, ਇਹ ਸੇਵਾ ਨਹੀਂ, ਸੇਵਾ ਹੈ, ਬਿਲਕੁਲ ਸੇਵਾ ਹੈ। ਲੇਕਿਨ ਜੇ ਇਹ ਕਰਮ ਕਰਨ ਵਾਲੇ ਬੰਦੇ ਦੇ ਅੰਦਰ ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਇਹ ਕੰਮ ਕਰਨ ਵਾਲਾ ਬੰਦਾ ਠੱਗੀਆਂ ਮਾਰਦਾ ਹੈ, ਕਰੈਕਟਰਲੈਸ ਹੈ, ਤਾਂ ਕੀ ਉਹਨੂੰ ਗੁਰੂ ਦਾ ਸੇਵਕ ਕਹੋਗੇ? ਸੇਵਕ ਦੀਆਂ ਨਿਸ਼ਾਨੀਆਂ ਨੇ, ਕੁਝ ਗੁਣ ਨੇ ਸੇਵਕ ਦੇ, 9 ਕੁ ਗੁਣ ਨੇ। ਅਸਲ ਦੇ ਅੰਦਰ ਸੇਵਕ ਕੌਣ ਹੈ? ਸੇਵ ਕੀਤੀ ਸੰਤੋਖੀ। ਸੇਵਕ ਦਾ ਪਹਿਲਾ ਗੁਣ ਹੈ ਉਹਦੇ ਅੰਦਰ ਸੰਤੋਖ ਚਾਹੀਦਾ ਹੈ। ਜੇ ਸੰਤੋਖ ਨਹੀਂ ਤਾਂ ਇਹਦਾ ਮਤਲਬ ਸੇਵਕ ਨਹੀਂ ਹੈ ਉਹ, ਕਿਉਂਕਿ ਲਾਲਚ ਹੈ ਨਾ, ਲਾਲਚ ਕਰਕੇ ਕਰ ਰਿਹਾ ਹੈ, ਜਾਂ ਲੱਭ ਤਾਂ ਨਹੀਂ ਕਿਆ। ਪਹਿਲਾ ਸੇਵਕ ਦਾ ਗੁਣ ਹੈ ਸੰਤੋਖ। ਸੇਵ ਕੀਤੀ ਸੰਤੋਖੀ ਜਿਨੇ ਸੱਚੋ ਸੱਚ ਧਿਆਇਆ। ਦੂਜਾ ਸੇਵਕ ਦਾ ਗੁਣ ਹੈ ਸੱਚ, ਕਿ ਉਹ ਸੱਚ ਬੋਲਦਾ, ਸੱਚ ਵੇਖਦਾ, ਸੱਚ ਸੁਣਦਾ, ਸੱਚ ਕਮਾਉਂਦਾ ਹੈ, ਮਨ ਬਚਨ ਕਰਮ ਕਰਕੇ ਸੱਚਾ ਹੈ, ਸੱਚੋ ਸੱਚ ਧਿਆਇਆ। ਤੀਜਾ ਉਹਦਾ ਗੁਣ ਹੈ ਉਹਨੇ ਮੰਦੇ ਪੈਰ ਨਾ ਰੱਖਿਓ। ਜਿਹੜਾ ਰੱਬ ਦਾ ਸੇਵਕ ਹੈ ਨਾ, ਗੁਰੂ ਦਾ, ਮੰਦੇ ਪਾਸੇ ਜਾਣਾ ਦੂਰ ਦੀ ਗੱਲ, ਉਧਰ ਪੈਰ ਵੀ ਨਹੀਂ ਰੱਖਦਾ, ਯਾਨੀ ਆਪਣੇ ਅੰਦਰ ਖਿਆਲ ਵੀ ਪੈਦਾ ਨਹੀਂ ਹੋਣ ਦਿੰਦਾ। ਬੇਗਾਨੀ ਔਰਤ ਵੱਲ ਵੇਖਣਾ ਤਾਂ ਦੂਰ ਦੀ ਗੱਲ, ਖਿਆਲ ਵੀ ਪੈਦਾ ਨਹੀਂ ਹੋਣ ਦਿੰਦਾ। ਕਰ ਸੁਕ੍ਰਿਤ। ਚੌਥਾ ਸੇਵਕ ਦਾ ਗੁਣ ਹੈ ਧਰਮ ਦੀ ਕਿਰਤ, ਇਮਾਨਦਾਰੀ ਦੀ ਕਿਰਤ ਕਰਨੀ, ਇਮਾਨਦਾਰੀ ਦੀ ਕਿਰਤ, ਚੰਗੇ ਕੰਮ ਕਰਨੇ। ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਦੇ ਅਸੀਂ ਪਿੱਛੇ ਵਿਚਾਰ ਚੁੱਕੇ ਹਾਂ। ਕਰ ਸੁਕ੍ਰਿਤ, ਚੰਗੇ ਕਰਮ ਕਰਨੇ। ਤੇ ਪੰਜਵਾਂ ਗੁਣ ਹੈ ਧਰਮ ਕਮਾਇਆ। ਧਰਮ ਦਾ ਮਤਲਬ ਮਾਲਾ ਫੇਰਨੀ ਨਹੀਂ, ਧਰਮ ਦਾ ਮਤਲਬ ਫਰਜ਼। ਜੋ ਗੁਰੂ ਦਾ ਸੇਵਕ ਹੈ ਉਹ ਆਪਣੇ ਫਰਜ਼ ਪੂਰੇ ਕਰਦਾ ਹੈ, ਇੱਕ ਤਾਂ ਰਿਸ਼ਤਿਆਂ ਨਾਤਿਆਂ ਵਾਸਤੇ, ਔਰ ਜਿਹੜਾ ਵੱਡਾ ਯੂਨੀਵਰਸ ਹੈ ਉਹਨੇ ਵੱਡੇ ਹੀ ਸਾਡੇ ਫਰਜ਼ ਨੇ, ਉਹਨਾਂ ਫਰਜ਼ਾਂ ਨੂੰ ਨਿਭਾਉਣਾ ਸੱਚ ਨੂੰ ਬੇਸ ਬਣਾ ਕੇ। ਕਰ ਸੁਕ੍ਰਿਤ ਧਰਮ ਕਮਾਇਆ। ਤੇ ਛੇਵਾਂ ਸੇਵਕ ਦਾ ਗੁਣ ਹੈ ਉਹਨੇ ਦੁਨੀਆ ਤੋੜੇ ਬੰਧਨਾਂ। ਦੁਨੀਆ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ। ਕਰਮ ਕਾਂਡਾਂ ਦੇ ਬੰਧਨ, ਵਰਤ ਨਰਾਤੇ ਸਰਾਧ ਤੀਰਥ ਯਾਤਰਾ ਉਰਲੇ ਪਰਲੇ ਸਾਰੇ ਬੰਧਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ, ਜਾਤੀਵਾਦ ਦੇ ਬੰਧਨ, ਮੇਰ ਤੇਰ ਦੇ ਬੰਧਨ, ਇਹਨਾਂ ਬੰਧਨਾਂ ਨੂੰ ਤੋੜ ਦਿੰਦਾ ਹੈ। ਸੱਤਵਾਂ ਗੁਣ ਹੈ ਅੰਨ ਪਾਣੀ ਥੋੜਾ ਖਾਇਆ। ਉਹ ਅੰਨ ਪਾਣੀ ਥੋੜਾ ਖਾਂਦਾ, ਇਹਦਾ ਮਤਲਬ ਇਹ ਨਹੀਂ ਕਿ ਖੁਰਾਕ ਘੱਟ ਖਾਂਦਾ। ਹੁਣ ਦੇਖੋ ਅਸੀਂ, ਮੈਂ ਆ ਵਿਹਲਾ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਕੋਈ ਫਿਜ਼ੀਕਲੀ ਮਿਹਨਤ ਨਹੀਂ ਹੈ, ਤਾਂ ਮੈਂ ਦਿਨ ਦੇ ਵਿੱਚ 2 ਪ੍ਰਸ਼ਾਦੇ ਵੀ ਛਕ ਲਵਾਂ, ਕੰਮ ਚੱਲ ਜਾਏਗਾ। ਨਾ ਵੀ ਇੱਕ ਅੱਧਾ ਟਾਈਮ ਖਾਵਾਂ ਤਾਂ ਵੀ ਕੰਮ ਚੱਲ ਜਾਏਗਾ। ਪਰ ਜਿਸ ਵੀਰ ਨੇ ਫੈਕਟਰੀ 'ਚ ਕੰਮ ਕਰਨਾ ਸਵੇਰ ਤੋਂ ਸ਼ਾਮ ਤੱਕ, ਜਾਂ ਹਲ ਵਾਣਾ ਹੈ, ਦੁਕਾਨ ਤੇ ਕੰਮ ਕਰਨਾ ਹੈ, ਟਰੱਕ ਚਲਾਉਣਾ ਹੈ, ਹੋਰ ਭੱਜਣਾ ਸੇ, ਉਹਦਾ ਕੰਮ ਤੇ ਨਹੀਂ ਨਾ ਚੱਲਣਾ। ਤਾਂ ਅੰਨ ਪਾਣੀ ਥੋੜਾ ਖਾਇਆ ਦਾ ਮਤਲਬ ਆਪਣੀਆਂ ਲੋੜਾਂ ਨੂੰ ਸੀਮਤ ਕਰਨਾ, ਆਪਣੀਆਂ ਲੋੜਾਂ ਨੂੰ ਸੀਮਤ ਕਰਨਾ। ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨੇ ਦੇਵੇਂ ਚੜੇ ਸਵਾਇਆ। ਤੇ 8ਵਾਂ ਜਿਹੜਾ ਗੁਣ ਹੈ ਵੰਡ ਕੇ ਛਕਣਾ। ਤੇ ਸੇਵਕ ਦਾ 9ਵਾਂ ਗੁਣ ਹੈ ਵਡਿਆਈ ਵੱਡਾ ਪਾਇਆ। ਸਿਫਤ ਸਲਾਹ, ਪੋਜ਼ਿਟਿਵ ਥਿੰਕਿੰਗ, ਜਿੱਥੇ ਜਾਏ ਬਹੀਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ। ਆਮ ਬੰਦਾ ਕੀ ਕਰਦਾ ਹੈ? ਤੁਹਾਡੇ ਘਰ ਕੋਈ ਤੁਹਾਡਾ ਸੱਜਣ ਮਿੱਤਰ ਆਏਗਾ, ਹੁਣ ਤੁਸੀਂ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣ ਵਾਸਤੇ ਕਹੋਗੇ ਨਾ ਕਿ ਪ੍ਰਸ਼ਾਦਾ ਛਕ ਕੇ ਜਾਇਓ, ਤੇ ਜਿਹੜਾ ਤੁਸੀਂ ਪ੍ਰਸ਼ਾਦਾ ਬਣਾਓਗੇ ਪਿਆਰ ਨਾਲ ਬਣਾਓਗੇ। ਜਿਹੜਾ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਬਣਾਏਗਾ ਉਹ ਵਧੀਆ ਬਣਾਏਗਾ, ਲੇਕਿਨ ਬਣਾਏਗਾ ਓਨਾ ਕੁ ਵਧੀਆ ਜਿਹੋ ਜਿਹੀ ਉਹਨੂੰ ਜਾਚ ਹੈ। ਆਪਣੇ ਮਨੋਂ ਉਹਦੀ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡੇਗਾ। ਹੁਣ ਮੇਰੇ ਘਰ ਤੁਸੀਂ ਆਏ, ਮੈਨੂੰ ਜਿਹੋ ਜਿਹੀ ਸਬਜ਼ੀ ਬਣਾਉਣੀ ਆਉਂਦੀ, ਮੈਂ ਵਧੀਆ ਬਣਾਈ ਆਪਣੇ ਮਨੋਂ, ਲੇਕਿਨ ਉਹਦੇ ਵਿੱਚ ਨਮਕ ਘੱਟ ਰਹਿ ਗਿਆ, ਜਾਂ ਕੁਝ ਰੋਟੀਆਂ ਜਿਹੜੀਆਂ ਨੇ ਮੇਰੇ ਤੋਂ ਨਹੀਂ ਵੇਲੀਆਂ ਗਈਆਂ, ਸਿੱਧੀਆਂ ਨਹੀਂ ਰਹੀਆਂ,
ਤੇ ਤੁਸੀਂ ਹੁਣ ਕੀ ਕਰ ਰਹੇ ਹੋ? ਆ ਰੋਟੀਆਂ ਬਣਾਈਆਂ ਨੇ, ਇਹਦੇ ਨਾਲ ਤੇ ਇੰਡੀਆ ਦੇ ਨਕਸ਼ੇ ਚੰਗੇ ਹੁੰਦੇ ਨੇ, ਇਹਦੇ ਨਾਲ ਤੇ ਤੂੰ ਨਾ ਹੀ ਬਣਾਉਂਦਾ, ਫਲਾਣਾ ਢਿੰਗੜਾ। ਹੁਣ ਇਹ ਭਲਾ ਨਹੀਂ ਨਾ ਕਹਿ ਰਹੇ, ਜਿੱਥੇ ਜਾਏ ਭਈ ਇਹ ਭਲਾ ਕਹੀਓ, ਸਿਚੁਏਸ਼ਨ ਦੇ ਅੰਦਰ ਤੁਸੀਂ ਨੁਕਸ ਕੱਢ ਰਹੇ ਹੋ। ਚਾਹੀਦਾ ਤੇ ਅਸੀਂ ਵੀ ਧੰਨਵਾਦ ਕਰਦੇ ਵਾ ਵੀ ਭਾਈ ਸਾਹਿਬ ਧੰਨਵਾਦ ਯਾਰ, ਤੁਹਾਨੂੰ ਨਹੀਂ ਬਣਾਣੀ ਆਉਂਦੀ ਤਾਂ ਵੀ ਬਣਾ ਖਵਾ ਰਹੇ ਹੋ, ਕਮਾਲ ਦੀ ਗੱਲ ਹੈ। ਕਮਾਲ ਤੁਹਾਡੀ ਇਸ ਸੇਵਾ ਜਾਂ ਤੁਹਾਡੇ ਜਜ਼ਬੇ ਤੋਂ ਜਾਂ ਪਿਆਰ ਤੋਂ। ਥੋੜਾ ਜਿਹਾ ਨਾ ਨਮਕ ਘੱਟ ਰਹਿ ਗਿਆ, ਥੋੜਾ ਲੂਣ ਲਿਆ, ਐਵੇਂ ਵੀ ਕਹਿ ਸਕਦੇ ਹੋ। ਅਸੀਂ ਕੀ ਕਰਦੇ ਹਾਂ, ਜਿੱਥੇ ਜਾਂਦੇ ਹਾਂ ਉਸ ਸਿਚੁਏਸ਼ਨ ਦੇ ਅੰਦਰ ਦੋਸ਼ ਲੱਭਦੇ ਆ, ਤਾਂ ਜਿੱਥੇ ਜਾਏ ਬਈ ਇਹ ਭਲਾ ਕਹੀਏ, ਉੱਥੇ ਚੰਗੇ ਗੁਣ ਲੱਭਦਾ ਹੈ ਰੱਬ ਦਾ ਸੇਵਕ। ਕਿਸੇ ਮਾੜੀ ਤੋਂ ਮਾੜੀ ਸਿਚੁਏਸ਼ਨ ਦੇ ਅੰਦਰ ਵੀ ਚੰਗਿਆਈ ਲੱਭੇਗਾ। ਸਿਫਤ ਸਲਾਹ, ਪੋਜ਼ਿਟਿਵ ਥਿੰਕਿੰਗ, ਤੇ ਜਿਹਦੇ ਅੰਦਰ ਇਹ 9 ਗੁਣ ਆ ਜਾਣਗੇ, ਵਡਿਆਈ, ਵੱਡਾ ਪਾਇਆ, ਉਹ ਵੱਡੇ ਰੱਬ ਨੂੰ ਪਾ ਲਵੇਗਾ। ਇਹਨੂੰ ਕਹਿੰਦੇ ਨੇ ਸਤਿਗੁਰੂ ਦੀ ਸੇਵਾ। ਵਿਣ ਸਤਿਗੁਰ ਸੇਵੇ। ਹੁਣ ਇਹ ਗੁਣ ਧਾਰਨ ਕਰਨ ਤੋਂ ਬਿਨਾ, ਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ, ਨਾ ਹੀ ਸੁਖ ਨਿਵਾਸ, ਕਦੇ ਵੀ ਸੁਖ ਦੇ ਅੰਦਰ ਨਿਵਾਸ ਨਹੀਂ ਹੋ ਸਕਦਾ। ਹੁਣ ਜਿਵੇਂ ਆਪਾਂ ਵਿਚਾਰ ਕੀਤੀ ਹੈ, ਮਨ ਚ ਬਹਿੰਦੀ ਹੈ ਨਾ ਕਿ ਇਹ ਕੰਮ ਕਰਨ ਤੋਂ ਬਿਨਾ ਕੋਈ ਬੰਦਾ ਸੁਖੀ ਹੋ ਸਕਦਾ ਹੈ? ਜੇ ਹੋ ਸਕਦਾ ਹੈ ਤੇ ਦੱਸੋ। ਗੁਰਦੁਆਰੇ ਰੋਜ਼ ਮੱਥਾ ਟੇਕਣ ਜਾਵੇ, ਲੇਕਿਨ ਘਰ ਆਉਂਦਿਆਂ ਡੰਡਾ ਚੁੱਕ ਲਵੇ, ਘਰਦਿਆਂ ਦੇ ਦੁਆਲੇ ਹੋਇਆ ਹੋਵੇ, ਤਾਂ ਕੀ ਉਹਦੇ ਘਰ ਦੇ ਵਿੱਚ ਸੁੱਖ ਰਹਿ ਸਕਦਾ? ਫਿਰ ਆਈਏ ਦਾ ਮਤਲਬ ਬੰਦਾ ਭਟਕਦਾ ਹੈ। ਬੰਦਾ ਭਟਕਣਾ ਵਿੱਚ ਪਿਆ ਰਹਿੰਦਾ, ਉਹਦਾ ਦਿਮਾਗ ਟਿਕਦਾ ਨਹੀਂ, ਮਨ ਇੱਕ ਥਾਂ ਤੇ ਟਿਕਦਾ ਨਹੀਂ, ਬੰਦਾ ਭਟਕਣਾ ਦੇ ਅੰਦਰ ਹੀ ਪਿਆ ਹੋਇਆ ਜ਼ਿੰਦਗੀ ਗੁਜ਼ਾਰ ਦਿੰਦਾ। ਦੁਨੀਆ ਖੋਟੀ ਰਾਸ ਕੂੜ ਕਮਾਈ ਹੈ। ਖੋਟੀ ਰਾਸ ਦਾ ਮਤਲਬ ਪੂੰਜੀ, ਕੂੜ ਕਮਾਈਏ ਦਾ ਮਤਲਬ ਕੂੜ ਕਮਾ ਰਹੇ ਨੇ। ਦੁਨੀਆ ਦੇ ਅੰਦਰ ਜੋ ਕੂੜ ਕਮਾ ਰਹੇ ਨੇ ਨਾ, ਉਹ ਖੋਟੀ ਰਾਸ ਇਕੱਠੀ ਕਰ ਰਹੇ ਨੇ। ਦੁਨੀਆ ਖੋਟੀ ਰਾਸ ਕੂੜ ਕਮਾਈ ਹੈ। ਜੋ ਕੂੜ ਕਮਾ ਰਹੇ ਨੇ, ਉਹ ਦੁਨੀਆ ਦੇ ਅੰਦਰ ਖੋਟੀ ਰਾਸ ਪੂੰਜੀ ਇਕੱਠੀ ਕਰ ਰਹੇ ਨੇ, ਖੋਟ ਇਕੱਠਾ ਕਰ। ਖੋਟ ਇਕੱਠਾ ਹੁੰਦੇ ਦੇਖੋ, ਅਸੀਂ ਪੈਸਾ ਕਮਾ ਰਹੇ ਹਾਂ। ਪੈਸਾ ਕਮਾਣਾ ਸਾਡੀ ਲੋੜ ਹੈ। ਪੈਸੇ ਤੋਂ ਬਿਨਾਂ ਦੁਨੀਆ ਦਾ ਕੰਮ ਚੱਲ ਨਹੀਂ ਸਕਦਾ। ਜਿਵੇਂ ਦਾ ਸਿਸਟਮ, ਇਹਦੇ ਵਿੱਚ ਕਿਵੇਂ ਕੰਮ ਚਲਾਓਗੇ? ਜੇ ਕੋਈ ਕਵੇ ਨਾ ਜੀ ਸਾਨੂੰ ਤੇ ਪੈਸੇ ਦੀ ਲੋੜ ਨਹੀਂ, ਅਸੀਂ ਤੇ ਕਦੀ ਪੈਸੇ ਦੀ ਪਰਵਾਹ ਨਹੀਂ ਕੀਤੀ, ਇਹ ਬਨੌਟੀ ਗੱਲਾਂ ਨੇ। ਪੈਸੇ ਦੀ ਪਰਵਾਹ ਹਰ ਬੰਦਾ ਕਰਦਾ ਹੈ, ਕਰਨੀ ਚਾਹੀਦੀ ਹੈ। ਪੈਸੇ ਦੀ ਲੋੜ ਹੈ। ਜੇ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੈ ਤੇ ਪੈਸਾ ਚਾਹੀਦਾ, ਕਿਰਾਇਆ। ਤੁਸੀਂ ਕਹੋਗੇ ਸਾਡੇ ਕੋਲ ਤੇ ਆਪਣੀ ਕਾਰ ਹੈ, ਤੇ ਕਾਰ ਖਰੀਦਣ ਲਈ ਵੀ ਤੇ ਪੈਸਾ ਚਾਹੀਦਾ, ਕਾਰ 'ਚ ਪੈਟਰੋਲ ਪਵਾਉਣ ਲਈ ਵੀ ਪੈਸਾ ਚਾਹੀਦਾ, ਰੋਡ ਟੈਕਸ ਭਰੋਗੇ ਤੇ ਤਾਂ ਕਾਰ ਚੱਲੇਗੀ ਨਾ, ਲਾਈਫ ਇੰਸ਼ੋਰੈਂਸ ਬੀਮਾ ਕਰਾਓਗੇ ਤੇ ਤਾਂ ਚੱਲੇਗੀ, MOT ਕਰਾਓਗੇ ਨਾ, ਪੈਸਾ ਚਾਹੀਦਾ ਨਾ। ਤੇ ਜੇ ਕਹੋ ਇਸ ਤੇ ਕਿਸੇ ਦੇ ਘਰ ਮਿਲਣ ਜਾਣਾ ਹੀ ਨਹੀਂ, ਛੱਡ ਦਿਆਂਗੇ। ਤੇ ਜੇ ਕੋਈ ਤੁਹਾਡੇ ਘਰ ਮਿਲਣ ਵਾਸਤੇ ਆਵੇ ਰਿਸ਼ਤੇਦਾਰ, ਉਹਨੂੰ ਚਾਹ ਤੇ ਪਿਆਓਗੇ, ਪੈਸਾ ਚਾਹੀਦਾ, ਕੱਪੜੇ ਚਾਹੀਦੇ ਨੇ, ਰੋਟੀ ਚਾਹੀਦੀ ਹੈ, ਮਕਾਨ ਚਾਹੀਦਾ, ਕਿਵੇਂ ਭੱਜੋਗੇ ਪੈਸੇ? ਇਸ ਲਈ ਪੈਸਾ ਮਾੜਾ ਨਹੀਂ ਹੈ। ਪੈਸੇ ਕਮਾਉਣ ਦੇ ਢੰਗ ਮਾੜੇ ਹੋ ਸਕਦੇ ਨੇ। 2 ਨੰਬਰ ਦੇ ਧੰਦੇ ਨਹੀਂ ਕਰਨੇ ਚਾਹੀਦੇ, ਸਾਨੂੰ ਸੱਚੀ ਕਿਰਤ ਕਰਨੀ ਚਾਹੀਦੀ। ਇਸ ਕਰਕੇ ਗੁਰੂ ਨਾਨਕ ਦੇਵ ਨੇ ਕਿਰਤ ਨੂੰ ਪਹਿਲਾ ਨੇਮ ਰੱਖਿਆ ਹੈ ਧਰਮ ਦਾ। ਸੱਚੀ ਸੁੱਚੀ ਕਿਰਤ ਕਰਕੇ, ਇਮਾਨਦਾਰੀ ਦੇ ਨਾਲ ਪੈਸਾ, ਔਰ ਫਿਰ ਉਸ ਪੈਸੇ ਦੀ ਵਰਤੋਂ ਠੀਕ ਕਰੋ। ਉਸ ਪੈਸੇ ਦੇ ਨਾਲ ਸ਼ਰਾਬਾਂ ਨਾ ਪੀਓ, ਜੂਏ ਨਾ ਖੇਲੋ, ਲਾਟਰੀਆਂ ਵਗੈਰਾ ਦੇ ਵਿੱਚ ਆਪਣਾ ਪੈਸਾ ਬਰਬਾਦ ਨਾ ਕਰੋ, ਠੀਕ ਢੰਗ ਨਾਲ ਵਰਤੋ। ਲੇਕਿਨ ਜਿਹੜਾ ਬੰਦਾ ਇਸ ਦੁਨੀਆ ਦੇ ਅੰਦਰ ਸੱਚ ਨੂੰ ਛੱਡ ਜਾਂਦਾ ਹੈ, ਉਹ ਦੁਨੀਆ ਦੀ ਖੋਟੀ ਰਾਸ ਪੂੰਜੀ ਇਕੱਠੀ ਕਰ ਰਿਹਾ ਹੈ। ਤੇ ਉਹ ਖੋਟੀ ਰਾਸ ਕਿਹੜੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਇਹ ਸਾਰੇ ਕੀ ਨੇ? ਖੋਟੀ ਰਾਸ ਹੀ ਤੇ ਹੈ। ਜੇ ਸਤਿਗੁਰ ਦੀ ਸੇਵਾ ਨੂੰ ਛੱਡ ਦਿਓਗੇ, ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀਵੋਗੇ, ਰੱਬ ਦੀ ਰਜ਼ਾ ਵਿੱਚ ਨਹੀਂ ਤੁਰੋਗੇ, ਤੇ ਬਾਕੀ ਖੋਟੀ ਰਾਸ ਹੀ ਰਹਿ ਜਾਣੀ ਹੈ। ਸੱਚ ਨੂੰ ਅੰਦਰੋਂ ਕੱਢ ਦੋ, ਝੂਠ ਆਪ ਹੀ ਆ ਜਾਣਾ ਹੈ। ਪ੍ਰੇਮ ਨੂੰ ਕੱਢ ਦੋ, ਈਰਖਾ ਆਪ ਹੀ ਆ ਜਾਏਗੀ। ਸੱਚ ਖਰਾ ਸਾਲਾ ਹੈ, ਪਤ ਸਿਉ ਜਾਈਏ। हे ਨਾਨਕ, ਸੱਚ ਖਰਾ ਸਾਲਾ ਹੈ, ਯਾਨੀ ਨਿਰੋਲ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰ। ਖਰਾ ਦਾ ਮਤਲਬ ਨਿਰੋਲ, ਸੱਚ ਦੀ ਸਿਫਤ ਸਲਾਹ ਕਰ, ਸੱਚ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ। ਸਿਫਤ ਸਲਾਹ ਕਰਨ ਦਾ ਮਤਲਬ ਹੈ ਮਨ, ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੋਣਾ। ਵਿਖਾਵੇ ਵਾਲੀ ਜ਼ਿੰਦਗੀ ਨਾ ਹੋਵੇ। ਵੈਸੇ ਸੱਚ ਗੰਗੂ ਵੀ ਬੋਲਦਾ ਹੈ, ਪਰ ਉਹਦੀ ਸੋਚ ਦੇਖੋ ਨਾ, ਸੋਚ ਸੱਚੀ ਨਹੀਂ। ਅਸਲੀ ਗੱਲ ਸੋਚ ਦੀ ਹੈ ਕਿ ਮੈਂਟੈਲਿਟੀ ਕੀ ਹੈ, ਸੋਚ ਕੀ ਹੈ, ਇਰਾਦਾ ਕੀ ਹੈ। ਇਰਾਦਾ ਸੱਚਾ ਹੋਣਾ ਚਾਹੀਦਾ ਹੈ, ਪਰ ਉਪਕਾਰ ਵਾਲਾ ਹੋਣਾ ਚਾਹੀਦਾ ਹੈ।
ਸੱਚ ਦੇ ਨਾਲ ਜੁੜ, ਰੱਬੀ ਗੁਣਾਂ ਦੀ ਯਾਦ ਵਿੱਚ ਜੁੜ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋ। ਫਿਰ ਕੀ ਹੋਏਗਾ? ਪਤ ਸਿਉ ਜਾਈ ਹੈ, ਇਸ ਦੁਨੀਆ ਤੋਂ ਜਾਓਗੇ ਤੇ ਇੱਜ਼ਤ ਦੇ ਨਾਲ ਜਾਓਗੇ। ਇਸ ਦੁਨੀਆ ਵਿੱਚ ਜ਼ਿੰਦਗੀ ਜੀਵੋਗੇ, ਇੱਜ਼ਤ ਵਾਲੀ ਜੀਵੋਗੇ, ਮਾਣ ਮਿਲੇਗਾ, ਸਤਕਾਰ ਮਿਲੇਗਾ, ਦੁਨੀਆ ਤੋਂ ਪਿਆਰ ਮਿਲੇਗਾ। ਤੇ ਜਦੋਂ ਜਾਓਗੇ ਤੁਹਾਡੇ ਨਾਮ ਨੂੰ ਪਿਆਰ ਨਾਲ, ਸਤਕਾਰ ਦੇ ਨਾਲ ਯਾਦ ਕੀਤਾ ਜਾਏਗਾ। ਭਾਈ ਕਨਈਆ ਜੀ ਨੂੰ ਪਿਆਰ ਨਾਲ, ਸਤਕਾਰ ਨਾਲ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਨਾਮ ਅਸੀਂ ਅਰਦਾਸ ਵਿੱਚ ਰੋਜ਼ ਲੈਂਦੇ ਹਾਂ, ਪਿਆਰ ਨਾਲ, ਸਤਕਾਰ ਨਾਲ, ਸ਼ਰਧਾ ਨਾਲ ਲੈਂਦੇ ਹਾਂ, ਉਹਨਾਂ ਦੇ ਚਰਨਾਂ ਵਿੱਚ ਸ਼ੀਸ਼ ਝੁਕਦਾ ਹੈ ਔਰ ਝੁਕਦਾ ਰਹੇਗਾ, ਕਿਉਂਕਿ ਉਹਨਾਂ ਨੇ ਸੱਚ ਨੂੰ ਸਲਾਹਿਆ ਨਾ, ਪੱਤ ਦੇ ਨਾਲ ਗਏ, ਪੱਤ ਦੇ ਨਾਲ ਜੀਵੇ। ਤਾਂ ਅਸੀਂ ਵੀ ਪੱਤ ਦੇ ਨਾਲ ਜੀ ਸਕਦੇ ਹਾਂ, ਅਸੀਂ ਵੀ ਪੱਤ ਦੇ ਨਾਲ ਜਾ ਸਕਦੇ ਹਾਂ। ਇਹ ਤਾਂ ਹੁਣ ਸਾਡੀ ਚੁਆਇਸ ਹੈ ਨਾ ਆਪਣੀ। ਇਸ ਲਈ ਛੋਟੀਆਂ ਛੋਟੀਆਂ ਗੱਲਾਂ ਦੇ ਵੱਲ ਜੇ ਅਸੀਂ ਧਿਆਨ ਦੇਈਏ ਨਾ, ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਅਸੀਂ ਬੋਲਣਾ ਹੈ ਤਾਂ ਪ੍ਰੇਮ ਦੇ ਨਾਲ ਬੋਲ ਲਓ, ਵਰਡਿੰਗ ਨੂੰ ਠੀਕ ਰੱਖ ਲਓ। ਵੇਖਣਾ ਹੈ ਪਿਆਰ ਨਾਲ ਦੇਖੋ, ਸੁਣਨਾ ਹੈ ਪਿਆਰ ਨਾਲ ਸੁਣੋ, ਹੱਥਾਂ ਦੇ ਨਾਲ ਕਰਮ ਚੰਗੇ ਕਰੋ। ਮੈਂ ਪਿੱਛੇ ਇੱਕ ਦਿਨ ਬੇਨਤੀ ਕੀਤੀ ਸੀ ਨਾ ਕਿ ਦੋ ਬੰਦੇ ਮਿਲਦੇ ਨੇ ਮੇਰੇ ਪਿਤਾ ਜੀ ਨੂੰ, ਤੇ ਮੇਰੇ ਪਿਤਾ ਜੀ ਸੁਨੇਹਾ ਦਿੰਦੇ ਨੇ ਵੀ ਮੇਰੇ ਬੇਟੇ ਨੂੰ ਸੁਨੇਹਾ ਦਿਓ ਕਿ ਉਹ ਮੈਨੂੰ ਫੋਨ ਕਰ ਲੈਣ ਜਰਾ। ਹੁਣ ਦੋ ਜਣਿਆਂ ਨੇ ਇਕੱਠੀ ਆਵਾਜ਼ ਸੁਣੀ ਵੀ ਮੋਹਰ ਸਿੰਘ ਨੂੰ ਮੇਰਾ ਬੇਟਾ ਹੈ ਤੇ ਮੇਰੇ ਬੇਟੇ ਨੂੰ ਕਿਹਾ ਕਿ ਮੈਨੂੰ ਫੋਨ ਕਰ ਲੈ। ਹੁਣ ਦੋਵਾਂ ਨੇ ਆਣ ਕੇ ਸੁਨੇਹਾ ਦਿੱਤਾ। ਪਹਿਲੇ ਨੇ ਸੁਨੇਹਾ ਦਿੱਤਾ, ਗਿਆਨੀ ਜੀ ਤੁਹਾਡੇ ਪਿਤਾ ਜੀ ਕਹਿੰਦੇ ਸੀ ਫੋਨ ਕਰ ਲਿਓ, ਨਾਲੇ ਹਾਲ ਚਾਲ ਪੁੱਛਦੇ ਸੀ, ਨਾਲੇ ਕਹਿੰਦੇ ਸੀ ਫੋਨ ਕਰ ਲਿਓ। ਤੇ ਮੈਂ ਆਖਿਆ ਸੁਨੇਹਾ ਦੇ ਚਲਾਂ, ਤੁਹਾਡੇ ਪਿਤਾ ਜੀ ਕਹਿੰਦੇ ਸੀ ਉਹਨੂੰ ਕੋਈ ਮੈਨੂੰ ਫੋਨ ਕਰ ਲਿਓ। ਉਹਨੇ ਤੇ ਐਵੇਂ ਦਿੱਤਾ ਸੁਨੇਹਾ। ਤੇ ਦੂਜੇ ਨੇ ਸੁਨੇਹਾ ਦਿੱਤਾ, ਉਹ ਗਿਆਨੀ ਉਹ ਤੇਰੀ ਮਾਂ ਦਾ ਖਸਮ ਆਂਦਾ ਸੀ ਮੈਨੂੰ ਫੋਨ ਕਰ ਲਵੇ। ਗੱਲ ਤੇ ਉਹਦੀ ਵੀ ਹੋਈ ਹੈ, ਤੇ ਮਾਂ ਦਾ ਖਸਮ ਪਿਓ ਹੀ ਹੁੰਦਾ ਨਾ, ਪਰ ਵਰਡਿੰਗ, ਸ਼ਬਦਾਵਲੀ ਮਾੜੀ ਹੈ ਨਾ। ਤਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਜੇ ਬੰਦਾ ਧਿਆਨ ਦੇਵੇ ਨਾ, ਤਾਂ ਜੀਵਨ ਬੜਾ ਸੁਖੀ ਹੋ ਸਕਦਾ ਹੈ। ਨਾਨਕ ਸੱਚ ਖਰਾ ਸਾਲਾ ਹੈ, ਪਤ ਸਿਉ ਜਾਈਏ, ਸੱਚ ਨੂੰ ਸਲਾਓ, ਸੱਚ ਦੇ ਨਾਲ ਜੁੜੋ, ਸੱਚ ਦਾ ਸਾਹਮਣਾ ਕਰੋ, ਆਪਣਾ ਸੈਲਫ ਐਨਾਲਿਸਿਸ ਕਰੋ ਕਿ ਕਿੱਥੇ ਖੜੇ ਹੋ। ਪੱਤ ਦੇ ਨਾਲ ਜਾਓਗੇ, ਇੱਜ਼ਤ ਦੇ ਨਾਲ ਜਾਓਗੇ। ਤੁਧ ਭਾਵੈ ਤਾਂ ਵਾਵਹਿ ਗਾਵਹਿ, ਤੁਧ ਭਾਵੈ ਜਲ ਨਾਵੈ। ਤੁਧ ਭਾਵੇ ਜੇ ਤੇਰੀ ਰਜ਼ਾ ਹੋਵੇ, ਯਾਨੀ ਜੇ ਤੇਰੀ ਰਜ਼ਾ ਹੋਵੇ ਤਾਂ ਵਾਵੈ ਗਾਵੈ। ਵਾਵੈ ਦਾ ਮਤਲਬ ਵਜਾਉਂਦੇ ਨੇ, ਗਾਉਂਦੇ ਨੇ। ਜੇ ਤੇਰੀ ਰਜ਼ਾ ਹੁੰਦੀ ਹੈ ਤਾਂ ਕਈ ਜੀਵ ਸਾਜ਼ ਵਜਾਉਂਦੇ ਨੇ ਔਰ ਗਾਉਂਦੇ ਨੇ। ਤੁਧ ਭਾਵੇ ਜਲ ਨਾਵੇ, ਤੇਰੀ ਰਜ਼ਾ ਹੁੰਦੀ ਤੇ ਤੀਰਥ ਦੇ ਵਿੱਚ ਇਸ਼ਨਾਨ ਕਰਦੇ ਨੇ। ਯਾਨੀ ਇਹ ਸਾਰਾ ਸਿਸਟਮ ਦੇ ਅੰਦਰ ਹੋ ਰਿਹਾ ਹੈ। ਹੁਣ ਸਿਸਟਮ ਨੂੰ ਕੋਈ ਕਿਵੇਂ ਫੋਲੋ ਕਰ ਰਿਹਾ ਹੈ? ਕਿਉਂਕਿ ਜੇ ਸਾਜ਼ ਵਜਾਣਾ ਹੈ ਤੇ ਸਿਸਟਮ ਹੀ ਹੈ ਨਾ। ਤੀਰਥ ਤੇ ਜਾਣਾ ਹੈ ਤੇ ਇੱਕ ਸਿਸਟਮ ਹੈ ਨਾ ਕਿ ਮੈਂ ਤੀਰਥ ਤੇ ਜਾਣਾ ਹੈ ਤੇ ਮੈਂ ਨਹਾਣਾ ਹੈ। ਉਹਨੇ ਇਸ ਸਿਸਟਮ ਨੂੰ ਫੋਲੋ ਕੀਤਾ ਹੈ। ਜਿਹੜਾ ਇਸ ਸਿਸਟਮ ਨੂੰ ਫੋਲੋ ਕਰੇਗਾ ਤੀਰਥ ਤੇ ਚਲਾ ਜਾਏਗਾ, ਉਹਦੀ ਮਰਜ਼ੀ। ਸੱਤਿਆ ਹੈ ਨਾ, ਤੇਰੀ ਸੱਤਿਆ ਹੈ ਬੰਦੇ ਵਿੱਚ, ਤੇਰਾ ਸਿਸਟਮ ਹੈ, ਉਹਦੇ ਵਿੱਚ ਇਹ ਸਾਰੇ ਕਰ ਰਹੇ ਨੇ ਕਰਮ। ਜਾਂ ਤੁਧ ਭਾਵੇਂ ਤਾਂ ਕਰੇ ਵਿਭੂਤਾਂ, ਸਿੰਘੀ ਨਾਦ ਵਜਾਵੇਂ। ਤੇ ਜਦੋਂ ਤੇਰੀ ਸੱਤਿਆ ਹੁੰਦੀ ਹੈ ਤਾਂ ਕਈ ਲੋਕ ਸਵਾਹ ਮਲਦੇ ਨੇ ਪਏ ਔਰ ਸਿੰਘੀ ਆਦਿਕ ਨਾਦ ਵਜਾ ਰਹੇ ਨੇ, ਪਰ ਉਹ ਤੇਰੀ ਰਜ਼ਾ ਭਾਣੇ ਤੋਂ ਬਾਹਰ ਨਹੀਂ ਹੈ। ਉਹ ਤੇਰੀ ਰਜ਼ਾ ਭਾਣੇ ਤੋਂ ਬਾਹਰ ਕੁਝ ਨਹੀਂ ਕਰ ਸਕਦੇ। ਤੇਰੀ ਸੱਤਿਆ ਹੈ ਉਹਨਾਂ ਵਿੱਚ, ਤੇ ਤੇਰੀ ਸੱਤਿਆ ਕਰਕੇ, ਬਖਸ਼ੀ ਜਾਨ ਕਰਕੇ, ਹੁਕਮ ਕਰਕੇ ਉਹ ਇਹ ਕੰਮ ਕਰੀ ਜਾ ਰਹੇ ਨੇ। ਜਾਂ ਤੁਧ ਭਾਵੈ ਪੜ੍ਹੇ ਕਤੇਬਾਂ, ਮੁੱਲਾ ਸ਼ੇਖ ਕਹਾਵੇਂ। ਕਈ ਕੁਰਾਨ ਆਦਿਕ ਪੜ੍ਹ ਰਹੇ ਨੇ, ਤੇਰੀ ਸੱਤਿਆ ਕਰਕੇ ਪੜ੍ਹ ਰਹੇ ਨੇ। ਜਾਂ ਤੁਧ ਭਾਵੈ ਤਾਂ ਹੋਵੇਂ ਰਾਜੇ, ਰਸਕਸ ਬਹੁਤ ਕਮਾਵੇਂ। ਤੇਰੀ ਰਜ਼ਾ ਦੇ ਅੰਦਰ ਕੋਈ ਰਾਜਾ ਬਣ ਜਾਂਦਾ ਹੈ। ਰਸਕਸ ਬਹੁਤ ਕਮਾਵੇਂ ਦਾ ਮਤਲਬ, ਰਸਕਸ ਦਾ ਮਤਲਬ ਕਸੈਲੇ ਆਦਿਕ ਜਿਹੜੇ ਰਸ ਨੇ, ਸਵਾਦਲੇ ਪਦਾਰਥ ਨੇ, ਉਹਨਾਂ ਨੂੰ ਚਖਦੇ ਨੇ, ਉਹਨਾਂ ਦੇ ਸਵਾਦ ਨੂੰ ਮਾਣਦੇ ਨੇ। ਇਹ ਤੇਰੀ ਸਿਸਟਮ ਦੇ ਵਿੱਚ ਹੀ ਹੈ। ਜੇ ਸਿਸਟਮ ਨਾ ਹੋਵੇ, ਜੇ ਤੇਰੀ ਬਖਸ਼ੀ ਸੱਤਿਆ ਨਾ ਹੋਵੇ ਤਾਂ ਐਸਾ ਕਰ ਨਹੀਂ ਪਾਣਗੇ। ਇਹ ਚੀਜ਼ ਜਿਹੜੀ ਨਾ ਅੱਗੇ ਸਪਸ਼ਟ ਹੋ ਜਾਏਗੀ ਕਿ ਗੁਰੂ ਜੀ ਕੀ ਕਹਿਣਾ ਚਾਹੁੰਦੇ ਨੇ। ਜਾਂ ਤੁਧ ਭਾਵੈ ਤੇਗ ਵਗਾਵਹਿ, ਸਿਰ ਮੁੰਡੀ ਕੱਟ ਜਾਵੇਂ। ਕੋਈ ਤਲਵਾਰ ਚਲਾਉਂਦੇ ਨੇ ਤੇ ਧੌਣ ਸਿਰ ਦੇ ਨਾਲੋਂ ਵੱਢੇ ਜਾਂਦੇ ਨੇ। ਸਿਰ ਮੁੰਡੀ, ਮੁੰਡੀ ਦਾ ਮਤਲਬ ਧੌਣ, ਸਿਰ ਜਿਹੜਾ ਹੈ ਧੌਣ ਤੋਂ ਵੱਢਿਆ ਜਾਂਦਾ ਹੈ। ਤੇਗ ਮਾਰੀ, ਕਿਰਪਾਨ ਮਾਰੀ, ਸਿਰ ਲਾ ਕੇ ਉਹ ਮਾਰਿਆ।
ਇਹ ਸਿਸਟਮ ਵਿੱਚ ਹੀ ਕਿ ਤਲਵਾਰ ਮਾਰੋਗੇ ਸਿਰ ਵੱਢਿਆ ਜਾਏਗਾ ਨਾ। ਜਾਂ ਤੁਧ ਭਾਵੈ ਜਾਹੇ ਦਿਸੰਤਰ ਸੁਣ ਗੱਲਾਂ ਕਰ ਆਵੇਂ। ਕਈ ਪ੍ਰਦੇਸ਼ ਜਾਂਦੇ ਨੇ ਤੇ ਉਧਰ ਦੀਆਂ ਗੱਲਾਂ ਸੁਣ ਕੇ ਫਿਰ ਘਰ ਮੁੜ ਆਉਂਦੇ ਨੇ ਤੇ ਉਹ ਗੱਲਾਂ ਅੱਗੇ ਕਰਦੇ ਨੇ। ਹੁਣ ਜਿਵੇਂ ਅਸੀਂ ਇੱਥੇ ਇੰਗਲੈਂਡ ਵਿੱਚ ਬੈਠੇ ਹਾਂ ਤੇ ਅਸੀਂ ਹੁਣ ਇੱਥੋਂ ਦੀਆਂ ਗੱਲਾਂ ਹੀ ਸੁਣਾਂਗੇ। ਤੁਸੀਂ ਕੈਨੇਡਾ ਵਿੱਚ ਬੈਠੇ ਹੋ, ਅਮਰੀਕਾ ਵਿੱਚ ਕੁਛ ਵੀਰ ਭੈਣਾਂ ਬੈਠੇ ਨੇ, ਤਾਂ ਉੱਥੋਂ ਦੀਆਂ ਗੱਲਾਂ, ਜਦੋਂ ਇੰਡੀਆ ਜਾਓਗੇ ਤੇ ਉੱਥੋਂ ਦੀਆਂ ਗੱਲਾਂ ਸੁਣੋਗੇ, ਫਿਰ ਗੱਲਾਂ ਸੁਣ ਕੇ ਆਓਗੇ ਤੇ ਘਰ ਆਣ ਕੇ ਕਰੋਗੇ। ਜਾਂ ਤੁਧ ਭਾਵੈ ਨਾਏ ਰਚਾਵੇਂ ਤੁਧ ਭਾਣੇ ਤੂੰ ਭਾਵੇਂ। ਕਿ ਜਿਹੜੀ ਤੇਰੀ ਰਜਾ ਹੁੰਦੀ ਹੈ, ਕਈ ਤੇਰੇ ਜੀਵ ਨਾਮ ਦੇ ਵਿੱਚ ਜੁੜਦੇ ਨੇ। ਨਾਏ ਦਾ ਮਤਲਬ ਭਾਣਾ, ਰਜਾ। ਉਸ ਰਜਾ ਸਿਸਟਮ ਨੂੰ ਸਮਝ ਕੇ ਜ਼ਿੰਦਗੀ ਜੀਂਦੇ ਨੇ। ਤੁਧ ਭਾਣੇ, ਜੋ ਤੇਰੀ ਰਜਾ ਵਿੱਚ ਤੁਰਦੇ ਨੇ ਉਹ ਤੈਨੂੰ ਪਿਆਰੇ ਲੱਗਦੇ ਨੇ, ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈ। ਉਹ ਤੇਰੀ ਰਜਾ ਦੇ ਨਾਲ ਪਿਆਰ ਕਰਦੇ ਨੇ, ਕਿ ਤੇਰੀ ਰਜਾ ਦੇ ਵਿੱਚ ਤੁਰਦੇ ਨੇ, ਰਜਾ ਦੇ ਨਾਲ ਪਿਆਰ ਕਰਦੇ ਨੇ। ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੁੰਦੀ ਹੈ ਕਿ ਰਜਾ ਤੋਂ ਬਾਹਰ ਮੈਂ ਕੋਈ ਕਰਮ ਨਹੀਂ ਕਰਨਾ, ਸਿਰ ਦੇ ਵਿੱਚ ਸੁਆਹ ਪਾਉਣ ਦੇ ਨਾਲ ਮੈਨੂੰ ਸੁੱਖ ਨਹੀਂ ਮਿਲ ਸਕਦਾ। ਉਹਨਾਂ ਨੂੰ ਸਮਝ ਹੁੰਦੀ ਹੈ ਕਿ ਤੀਰਥਾਂ ਤੇ ਨਹਾਉਣ ਦੇ ਨਾਲ ਅਸੀਂ ਸਿਸਟਮ ਨੂੰ ਨਹੀਂ ਬਦਲ ਸਕਦੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਸੇ ਦਾ ਸਿਰ ਵੱਢ ਕੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਉਹ ਤੇਰੀ ਰਜਾ ਦੇ ਨਾਲ ਪਿਆਰ ਕਰਦੇ ਨੇ, ਸੱਚ ਨੂੰ ਅਪਣਾਉਂਦੇ ਨੇ, ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈ। ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਇੱਕ ਅਰਜ਼ ਕਰਦਾ ਹਾਂ ਕਿ ਤੇਰੀ ਰਜਾ ਵਿੱਚ ਤੁਰਨ ਤੋਂ ਬਿਨਾ ਹੋਰ ਸਗਲੇ ਕੂੜ ਕਮਾਵੇ, ਸਭ ਝੂਠ ਕਮਾ ਰਹੇ ਨੇ। ਉਹਨਾਂ ਦਾ ਕੂੜ ਕਮਾ ਰਹੇ ਨੇ ਜਿਨ੍ਹਾਂ ਦਾ ਜ਼ਿਕਰ ਉੱਤੇ ਕੀਤਾ ਹੈ। ਚਾਹੇ ਉਹ ਰਾਜਾ ਹੈ, ਚਾਹੇ ਉਹ ਜੋਗੀ ਹੈ, ਤੀਰਥਾਂ ਤੇ ਨਹਾਉਣ ਵਾਲਾ ਹੈ, ਚਾਹੇ ਉਹ ਢੋਲਕੀਆਂ ਵਜਾ ਕੇ ਗਾਣ ਵਾਲਾ ਹੈ, ਕੋਈ ਵੀ ਹੈ, ਜੋ ਤੇਰੀ ਰਜਾ ਵਿੱਚ ਨਹੀਂ ਤੁਰ ਰਿਹਾ ਨਾ, ਚਾਹੇ ਉਹ ਕੰਮ ਕੋਈ ਵੀ, ਉਹ ਝੂਠ ਹੀ ਹੈ, ਕੂੜ ਹੀ ਕਮਾ ਰਿਹਾ, ਉਹਦਾ ਉਹਨੂੰ ਕੋਈ ਲਾਭ ਨਹੀਂ ਹੈ। ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੇਂ, ਕਿ ਤੇਰੀ ਰਜਾ ਭਾਣੇ ਵਿੱਚ ਤੁਰਨ ਤੋਂ ਬਿਨਾ ਸਾਰਾ ਕੁਝ ਕੂੜ ਹੀ ਹੈ। ਹੁਣ ਜੇ ਇਸ ਕੱਲੀ ਪੰਕਤੀ ਨੂੰ ਸਮਝ ਲਿਆ ਜਾਏ, ਇਹਦੇ ਤੇ ਅਮਲ ਕਰ ਲਿਆ ਜਾਏ, ਤਾਂ ਲੋਕਾਂ ਦੀ ਜਾਨ ਕਿੰਨੇ ਕਰਮਾਂ ਤੋਂ ਛੁੱਟ ਜਾਏਗੀ। ਵਰਤ ਨੇ, ਨਰਾਤੇ ਨੇ, ਸਰਾਧ ਨੇ, ਮਾਲਾ ਫੇਰਨੀਆਂ ਨੇ, ਸਮਾਧੀਆਂ ਲਾਣੀਆਂ, ਜੰਗਲਾਂ ਵਿੱਚ ਜਾਣਾ, ਨੰਗੇ ਪੈਰੀ ਫਿਰਨਾ, ਦਸਮ ਦੁਆਰ ਵਿੱਚ ਪ੍ਰਾਨ ਚੜਾਣੇ, ਵਿਖਾਵੇ ਦੀਆਂ ਪਾਠ ਪੂਜਾ ਕਰਨੀ, ਧੂਫਾਂ ਦਿਖਾਣੀਆਂ, ਜੋਤਾਂ ਜਗਾਣੀਆਂ। ਜਿਹੜੇ ਅਸੀਂ ਮੰਗਲਵਾਰ ਕੇਲੇ ਚੁੱਕੀ ਫਿਰਦੇ ਹਾਂ ਤੇ ਮਾਂ ਦੀਆਂ ਦਾਲਾਂ ਤੇ ਛੋਲਿਆਂ ਦੀਆਂ ਦਾਲਾਂ ਤੇ ਆ ਜਿੰਨੇ ਵੀ ਤੇਲ ਸ਼ਨੀਵਾਰ ਨੂੰ ਪਾ ਰਹੇ ਆ, ਜੋਤਸ਼ੀਆਂ ਅੱਗੇ ਬੈਠੇ ਆ, ਬਾਬਿਆਂ ਅੱਗੇ ਬੈਠੇ ਆ, ਬਾਬੇ ਦੇ ਸੇਬਾਂ ਨਾਲ ਬੱਚੇ ਹੋ ਰਹੇ ਨੇ, ਇਹ ਸਾਰੇ ਕਰਮ ਖਤਮ ਹੋ ਜਾਣਗੇ, ਕਿਉਂਕਿ ਕੂੜ ਹੈ, ਝੂਠ ਹੈ। ਰਜਾ ਤੋਂ ਬਾਹਰ ਕੁਝ ਨਹੀਂ ਹੋ ਸਕਦਾ ਹੈ। ਜੇ ਸਮਝ ਆ ਜਾਏ ਤਾਂ ਫਿਰ ਸਾਨੂੰ ਸਮਝ ਆ ਜਾਏਗਾ ਨਾ ਕਿ ਹੋਰ ਸਗਲੇ ਕੂੜ ਕਮਾਵੇਂ, ਸਾਰੇ ਝੂਠ ਬੋਲ ਰਹੇ ਨੇ। ਹੁਣ ਜੇ ਤੇ ਇਹ ਗੱਲ ਕਹਾਂ ਮੈਂ, ਫਿਰ ਤਾਂ ਇਹ ਗਲਤ ਹੋ ਸਕਦੀ ਹੈ ਕਿ ਭਾਈ ਮੋਹਰ ਸਿੰਘ ਦਾ ਦਿਮਾਗ ਖਰਾਬ ਹੋ ਗਿਆ, ਪਾਗਲ ਹੈ, ਐਵੇਂ ਬਕਵਾਸ ਮਾਰਦਾ, ਫਿਰ ਤਾਂ ਕਹਿ ਸਕਦੇ ਹੋ। ਲੇਕਿਨ ਇਹ ਗੱਲ ਤੇ ਹੁਣ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਇਹ ਤਾਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਨਾ, ਤੇ ਮੈਂ ਕਹਿ ਨਹੀਂ ਰਿਹਾ। ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੇਂ, ਕਿ ਜਿਹੜੀ ਰੱਬ ਦੀ ਰਜ਼ਾ ਤੋਂ ਬਿਨਾ ਕਰਮ ਕਰ ਰਹੇ ਨੇ ਉਹ ਸਾਰੇ ਝੂਠ ਨੇ, ਫਰੇਬ ਨੇ, ਬੇਕਾਰ ਹੈ, ਵਿਅਰਥ ਹੈ। ਤਾਂ ਸਾਨੂੰ ਵਿਅਰਥ ਦੇ ਕਰਮ ਛੱਡ ਦੇਣੇ ਚਾਹੀਦੇ ਨੇ। ਵੈਸੇ ਕਿਸੇ ਦੀ ਆਪਣੀ ਮਰਜ਼ੀ ਹੈ, ਪਰ ਵਿਅਰਥ ਦੇ ਕਰਮ ਨੇ ਰਜ਼ਾ ਤੋਂ ਬਿਨਾ। ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ। ਜਾਂ ਤੂੰ ਵੱਡਾ ਦਾ ਮਤਲਬ ਕਿਉਂਕਿ ਤੂੰ ਵੱਡਾ ਹੈ, ਜਾਂ ਦਾ ਮਤਲਬ ਜਦੋਂ ਇਹ ਗੱਲ ਠੀਕ ਹੈ ਕਿ ਤੂੰ ਵੱਡਾ ਹੈ ਔਰ ਵੱਡਾ ਹੈ, ਜਗਤ ਦਾ ਕਰਤਾਰ ਕਰਤਾ ਹੈ, ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਵਡਿਆਈਆਂ, ਇਹ ਸਾਰੀਆਂ ਵਡਿਆਈਆਂ ਨੇ, ਸਾਰੀਆਂ ਚੰਗੀਆਂ ਚੀਜ਼ਾਂ ਹੋ ਰਹੀਆਂ ਨੇ। ਕਿਉਂ ਕਿ ਚੰਗਾ ਹੋਈ, ਚੰਗੇ ਤੋਂ ਚੰਗਿਆਈ ਹੀ ਹੋ ਸਕਦੀ ਹੈ। ਚੰਗਾ ਬੰਦਾ ਕਦੇ ਮਾੜੀ ਗੱਲ ਕਰੇਗਾ ਨਹੀਂ। ਜਦੋਂ ਤੂੰ ਵੱਡਾ ਹੈ, ਤੇਰੇ ਵਿੱਚ ਸਾਰੀਆਂ ਵਡਿਆਈਆਂ ਨੇ, ਤੇਰੇ ਵਿੱਚ ਸਾਰੀਆਂ ਚੰਗਿਆਈਆਂ ਨੇ, ਤੇਰੇ ਵਿੱਚ ਸਾਰੇ ਗੁਣ ਨੇ, ਤਾਂ ਫਿਰ ਹੇ ਮਾਲਕ ਇਹ ਵੀ ਗੱਲ ਸੱਚੀ ਹੈ ਕਿ ਇਸ ਜਗਤ ਦੇ ਅੰਦਰ ਜੋ ਕੁਝ ਹੋ ਰਿਹਾ ਹੈ ਉਹ ਸਭ ਚੰਗਾ ਹੋ ਰਿਹਾ ਹੈ, ਤੂੰ ਕੁਝ ਮਾੜਾ ਪੈਦਾ ਨਹੀਂ ਕੀਤਾ। ਹੁਣ ਇਹ ਗੱਲ ਵਰਤੋਂ ਦੀ ਹੈ ਕਿ ਅਸੀਂ ਉਹਨੂੰ ਵਰਤਦੇ ਕਿਵੇਂ ਆ। ਅੱਗ ਬੜੀ ਚੰਗੀ ਹੈ ਨਾ, ਹੁਣ ਅੱਗ ਦੇ ਨਾਲ ਤੁਸੀਂ ਪਰੌਂਠੇ ਬਣਾ ਕੇ ਕਿਸੇ ਨੂੰ ਖਵਾਓ ਤੇ ਅੱਗ ਬੜੀ ਚੰਗੀ ਹੈ, ਪੀਜੇ 버ਗਰ ਬਣਾਓ ਅੱਗ ਚੰਗੀ ਹੈ, ਕੜਾਹ ਖੀਰ ਬਣਾਓ ਅੱਗ ਚੰਗੀ ਹੈ, ਆ ਜਿੰਨੇ ਵੀ ਆਕਾਰਾਂ ਬੱਸਾਂ ਬਣ ਰਹੀਆਂ, ਜੇ ਅੱਗ ਨਾ ਹੁੰਦੀ ਕੁਛ ਨਹੀਂ ਸੀ ਹੋਣਾ, ਅੱਗ ਚੰਗੀ ਹੈ ਨਾ।
ਤੇ 84 ਦੇ ਅੰਦਰ ਵੀ ਤੇ ਅੱਗ ਦੀ ਹੀ ਵਰਤੋਂ ਕੀਤੀ ਸੀ, ਤੇਲ ਪਾ ਪਾ ਕੇ, ਟਾਇਰ ਪਾ ਪਾ ਕੇ ਗਲਿਆਂ 'ਚ ਤੇ ਅੱਗਾਂ ਲਾ ਦਿੱਤੀਆਂ। ਅੱਗ ਮਾੜੀ ਹੋ ਗਈ ਨਾ। ਅੱਗ ਤਾਂ ਅੱਗ ਹੈ, ਉਹਦੀ ਵਰਤੋਂ ਕਿਵੇਂ ਕਰੋਗੇ ਉਹ ਉਹਨੂੰ ਚੰਗਿਆਂ ਮਾੜਿਆਂ ਬਣਾਏਗੀ। ਆ ਜ਼ਬਾਨ ਤੇ ਜ਼ਬਾਨ ਹੈ, ਰੱਬ ਨੇ ਮਾੜੀ ਨਹੀਂ ਪੈਦਾ ਕੀਤੀ, ਇਹਦੀ ਵਰਤੋਂ ਕਿਵੇਂ ਕਰੋਗੇ ਉਹ ਇਹਨੂੰ ਚੰਗਿਆਂ ਬਣਾਏਗੀ। ਚਾਹੇ ਲੋਕਾਂ ਨੂੰ ਆਪਣੇ ਮਿੱਤਰ ਬਣਾ ਲਓ ਤੇ ਚਾਹੇ ਜ਼ਬਾਨ ਦੇ ਨਾਲ 32 ਦੇ 32 ਦੰਦ ਬਾਹਰ ਕਢਾ ਲਓ, ਇਹ ਤੇ ਆਪਣੀ ਮਰਜ਼ੀ ਹੈ ਨਾ। ਰੱਬ ਨੇ ਸਭ ਕੁਝ ਚੰਗਾ ਪੈਦਾ ਕੀਤਾ ਹੈ, ਸਾਡਾ ਨਜ਼ਰੀਆ ਮਾੜਾ ਹੈ। ਜਾਂ ਤੂੰ ਸੱਚਾ ਤਾਂ ਸਭ ਕੁਝ ਸੱਚਾ, ਕੂੜਾ ਕੋਈ ਨਾ ਕੋਈ। ਜਦੋਂ ਇਹ ਯਕੀਨ ਵੱਧ ਜਾਏ ਕਿ ਪ੍ਰਭੂ ਸੱਚਾ ਹੈ ਔਰ ਸਾਰਿਆਂ ਦੇ ਅੰਦਰ ਵਸਦਾ ਹੈ, ਤਾਂ ਸਭ ਕੁਝ ਸੱਚਾ, ਫਿਰ ਸਾਰੇ ਸੱਚੇ ਹੀ ਦਿਸਣਗੇ। ਕੂੜਾ ਕੋਈ ਨਾ ਕੋਈ, ਫਿਰ ਜਗਤ ਦੇ ਅੰਦਰ ਕੂੜਾ ਝੂਠਾ ਕੋਈ ਵੀ ਨਹੀਂ ਦਿਸਦਾ। ਝੂਠਾ ਕਿਹਨੂੰ ਕਹੋਗੇ? ਔਰ ਜਦੋਂ ਇਸ ਗੱਲ ਨੂੰ ਗਹਿਰਾਈ ਦੇ ਨਾਲ ਵਿਚਾਰੋਗੇ ਨਾ, ਤੇ ਵਾਸਤਵ ਦੇ ਵਿੱਚ ਹੀ ਝੂਠਾ ਕੋਈ ਨਹੀਂ ਦਿਸਣਾ, ਕਿਉਂਕਿ ਸਾਰਾ ਕੁਝ ਸਿਸਟਮ ਦੇ ਵਿੱਚ ਹੋ ਰਿਹਾ ਨਾ। ਜਦੋਂ ਅਸੀਂ ਸਿਸਟਮ ਨੂੰ ਫੋਲੋ ਕਰਾਂਗੇ, ਜੇ ਅਸੀਂ ਸਾਡੀ ਜੋ ਲਰਨਿੰਗ ਪ੍ਰੋਸੈਸ ਹੈ, ਜੇ ਅਸੀਂ ਨੈਗੇਟਿਵ ਸੋਚਣਾ ਸ਼ੁਰੂ ਕਰ ਦਿਆਂਗੇ ਤੇ ਉਹ ਨੈਗੇਟਿਵ ਹੋ ਜਾਏਗਾ। ਜੇ ਪੋਜ਼ਿਟਿਵ ਸੋਚਾਂਗੇ, ਪੋਜ਼ਿਟਿਵ ਹੋ ਜਾਏਗਾ। ਜੇ ਅਸੀਂ ਸੱਚ ਦੇ ਨਾਲ ਜੁੜ ਜਾਵੀਏ, ਆਪਣੇ ਅੰਦਰ ਸੱਚ ਨੂੰ ਵੇਖੀਏ ਕਿ ਮੇਰੇ ਅੰਦਰ ਰੱਬ ਹੈ, ਦੂਜਿਆਂ ਵਿੱਚ ਰੱਬ ਹੈ, ਜੇ ਅਸੀਂ ਇਸ ਚੀਜ਼ ਨੂੰ ਵੇਖੀਏ ਤਾਂ ਫਿਰ ਦੁਨੀਆ ਵਿੱਚ ਕੋਈ ਕੂੜਾ ਨਹੀਂ ਰਹੇਗਾ, ਸਾਰੇ ਸੱਚੇ ਸੱਚੇ ਹੋ ਜਾਣਗੇ। ਆਖਣ ਵੇਖਣ ਬੋਲਣ ਚੱਲਣ, ਜੀਵਨ ਮਰਨਾ ਧਾਤ। ਧਾਤ ਦਾ ਮਤਲਬ ਮਾਇਆ। ਜੋ ਕੁਝ ਬਾਹਰ ਦਿਖਾਵੇ ਮਾਤਰ ਦਿਸ ਰਿਹਾ ਹੈ, ਆਖਣਾ ਵੇਖਣਾ ਚੱਲਣਾ, ਬੋਲ ਚਾਲ, ਜਿਉਣਾ ਮਰਨਾ, ਇਹ ਅਸਲੀਅਤ ਨਹੀਂ ਹੈ, ਇਹ ਬਣਾਵਟ ਹੈ। ਇਹ ਬਣਾਵਟ ਹੋ ਸਕਦੀ ਹੈ। ਜਿਵੇਂ ਹੁਣ ਮੈਂ ਵਿਚਾਰ ਕਰ ਰਿਹਾ ਤਾਂ ਗੱਲਾਂ ਤਾਂ ਬੜੀਆਂ ਚੰਗੀਆਂ ਮੈਂ ਕਰ ਰਿਹਾ, ਗੁਰਬਾਣੀ ਅਨੁਸਾਰ ਕਰ ਰਿਹਾ, ਗੁਰਬਾਣੀ ਦੀ ਵਿਆਖਿਆ ਕਰ ਰਿਹਾ, ਪਰ ਮੇਰੇ ਅੰਦਰ ਕੀ ਹੈ, ਮੇਰੀ ਸੋਚ ਕੈਸੀ ਹੈ? ਕਿ ਮੇਰੀ ਸੋਚ ਐਵੇਂ ਦੀ ਹੈ? ਜੇ ਤੇ ਐਵੇਂ ਦੀ ਹੈ ਤਾਂ ਦੀ ਬੈਸਟ, ਪਰ ਜੇ ਮੇਰੇ ਅੰਦਰ ਈਰਖਾ ਦਵੇਸ਼ ਵੈਰ ਵਿਰੋਧ ਹੈ, ਤਾਂ ਫਿਰ ਮੈਂ ਜੋ ਆਖ ਰਿਹਾ, ਬੋਲ ਰਿਹਾ, ਚੱਲ ਰਿਹਾ, ਖਾ ਰਿਹਾ, ਪੀ ਰਿਹਾ, ਵਿਖਾਵਾ ਹੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਆਖਣਾ ਵੇਖਣਾ ਬੋਲਣਾ ਚੱਲਣਾ ਇਹ ਸਾਰਾ ਕੁਝ ਵਿਖਾਵਾ ਹੈ, ਜੇ ਅੰਦਰ ਸੱਚ ਨਹੀਂ ਹੈ। ਅੰਦਰ ਸੱਚ ਹੋਣਾ ਚਾਹੀਦਾ ਹੈ, ਬਾਹਰ ਸਾਰਾ ਕੁਝ ਵਿਖਾਵਾ ਰਹਿ ਜਾਏਗਾ। ਹੁਕਮ ਸਾਜ ਹੁਕਮੈ ਵਿੱਚ ਰੱਖੈ, ਨਾਨਕ ਸੱਚਾ ਆਪ। ਸੱਚਾ ਸੁਆਮੀ ਆਪ ਆਪਣੇ ਹੁਕਮ ਦੇ ਅੰਦਰ ਕਾਇਨਾਤ ਦੀ ਰਚਨਾ ਕਰਦਾ ਹੈ ਔਰ ਹੁਕਮ ਦੇ ਅੰਦਰ ਸਭ ਦੀ ਪਾਲਣਾ ਕਰ ਰਿਹਾ ਹੈ। ਇੱਕ ਅਟਲ ਸੱਚਾਈ ਹੈ ਕਿ ਸਿਸਟਮ ਦੇ ਅੰਦਰ ਸਾਰੇ ਸੰਸਾਰ ਦੀ ਪੈਦਾਇਸ਼ ਹੋਈ ਹੈ, ਪਾਲਣਾ ਹੋ ਰਹੀ ਹੈ ਔਰ ਲੈਤਾ ਹੋਏਗੀ ਹੁਕਮ ਦੇ ਅੰਦਰ। ਤਾਂ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ? ਸਤਿਗੁਰ ਸੇਵ ਨਿਸੰਗ ਭਰਮ ਚੁਕਾਈਐ। ਨਿਸੰਗ ਦਾ ਮਤਲਬ ਝਾਕਾ ਲਾ ਕੇ ਦਿਲੋਂ, ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨੀਏ ਤਾਂ ਕੀ ਹੋਏਗਾ? ਭਰਮ ਚੁਕਾਈਏ, ਭਟਕਣਾ ਦੂਰ ਹੋ ਜਾਏਗੀ। ਜੇ ਸੱਚੇ ਦਿਲੋਂ ਗੁਰੂ ਨੂੰ ਮੰਨੋਗੇ, ਭਟਕਣਾ ਦੂਰ ਹੋ ਜਾਏਗੀ ਸੱਚੇ ਦਿਲੋਂ। ਜੇ ਅਸੀਂ ਇਹ ਮੰਨ ਲਈਏ ਕਿ ਮਨ ਵਚਨ ਕਰਮ ਕਰਕੇ ਸੱਚੀ ਜ਼ਿੰਦਗੀ ਦੂਰ ਜੀਣੀ ਹੈ, ਤਾਂ ਸਾਰੀਆਂ ਭਟਕਣਾਵਾਂ ਮੁੱਕ ਜਾਣਗੀਆਂ, ਲੋਭ ਹੰਕਾਰ ਵਗੈਰਾ ਖਤਮ ਹੋ ਜਾਣਗੇ। ਪਰ ਜੇ ਦਿਲੋਂ ਮੰਨਾਂਗੇ ਤਾਂ ਹੈ ਨਾ। ਜੇ ਅਸੀਂ ਦਿਲੋਂ ਇਸ ਚੀਜ਼ ਨੂੰ ਮੰਨ ਲਈਏ ਕਿ ਰਜਾ ਦੇ ਅੰਦਰ ਤੁਰਨਾ ਹੀ ਜ਼ਿੰਦਗੀ ਹੈ, ਤੇ ਵਰਤਨ ਰਾਤੇ ਸਰਾਤ ਤੇ ਜੋ ਅਸੀਂ ਕਰਮ ਕਰ ਰਹੇ ਹਾਂ ਵਿਖਾਵੇ ਦੇ, ਸਾਰੇ ਉੱਡ ਪੁੱਡ ਜਾਣਗੇ। ਪਰ ਸਾਡੇ ਅੰਦਰ ਇਹ ਕਿਉਂ ਟਿਕੇ ਹੋਏ ਨੇ? ਕਿਉਂਕਿ ਸੱਚੇ ਦਿਲੋਂ ਨਹੀਂ ਨਾ। ਹਾਲੇ ਸਾਡੇ ਮਨ ਦੇ ਵਿੱਚ ਇਹ ਬੈਠੀ ਹੈ ਕਿ ਫਲਾਣਾ ਵਿਦਵਾਨ ਇੰਜ ਕਹਿੰਦਾ ਸੀ, ਉਹ ਬਾਬਾ ਇੰਜ ਕਹਿੰਦਾ ਸੀ, ਮੇਰੇ ਤਾਏ ਨੇ ਇੰਜ ਕਿਹਾ ਸੀ, ਚਾਚੇ ਨੇ ਇਹ ਕਿਹਾ ਸੀ। ਹਾਲੀ ਉਹ ਚਾਚੇ ਤਾਏ ਬਾਬੇ ਵੜੇ ਨੇ ਨਾ ਅੰਦਰ। ਜਿਸ ਦਿਨ ਅੰਦਰ ਗੁਰੂ ਦੀ ਵਿਚਾਰ ਆ ਜਾਏਗੀ, ਉਸ ਦਿਨ ਇਹ ਸਾਰੇ ਫਿਜ਼ੂਲ ਵਿਚਾਰ ਉੱਡ ਜਾਣਗੇ, ਭਰਮ ਖਤਮ ਹੋ ਜਾਣਗੇ, ਜਨਮ ਮਰਨ ਦੇ ਭਰਮ ਖਤਮ ਹੋ ਜਾਣਗੇ। ਸਤਿਗੁਰ ਆਖੈ ਕਾਰ, ਸੋ ਕਾਰ ਕਮਾਈ ਹੈ। ਜੋ ਗੁਰੂ ਕੰਮ ਕਹਿੰਦਾ ਹੈ ਨਾ, ਉਹ ਕੰਮ ਕਰਨੇ ਚਾਹੀਦੇ ਨੇ। ਜੋ ਗੁਰੂ ਕੰਮ ਕਹਿੰਦਾ ਹੈ ਉਹ ਕੰਮ ਕਰਨੇ ਚਾਹੀਦੇ ਨੇ। ਜਿਹੜੇ 6 ਕੰਮ ਆਪਾਂ ਰੋਜ਼ ਦੂਜੇ ਚੌਥੇ ਦਿਨ ਵਿਚਾਰਦੇ ਹਾਂ, ਗੁਰੂ ਕੀ ਕਹਿੰਦਾ ਹੈ? ਅੱਖਾਂ ਨਾਲ ਇਹ ਵੇਖੋ, ਕੰਨਾਂ ਨਾਲ ਕੀ ਸੁਣੋ, ਜ਼ੁਬਾਨ ਨਾਲ ਕੀ ਬੋਲੋ, ਹੱਥਾਂ ਨਾਲ ਕੀ ਕਰੋ, ਪੈਰਾਂ ਨਾਲ ਕਿੱਧਰ ਜਾਓ, ਉਹ ਕੰਮ ਕਰੋ ਜੋ ਗੁਰੂ ਕਹਿੰਦਾ ਹੈ। ਤਾਂ ਦੇਖੋ ਕਿੰਨੀ ਸਿੰਪਲ ਜ਼ਿੰਦਗੀ ਹੋ ਜਾਏਗੀ। ਧਰਮ ਦੇ ਜਿਹੜੇ ਮਤਲਬ ਸਾਡੇ ਵਿਖਾਵੇ ਨੇ ਸਾਰੇ ਖਤਮ ਹੋ ਜਾਣਗੇ। ਜਿਹਨੂੰ ਅਸੀਂ ਬੜਾ ਬੋਝ ਸਮਝਦੇ ਹਾਂ ਕਿ ਕੰਮ ਤੇ ਹੋ ਨਹੀਂ ਸਕਦੇ, ਔਖੇ ਨੇ, ਉਹ ਸਾਰੇ ਖਤਮ ਹੀ ਹੋ ਜਾਣਗੇ। ਬਿਲਕੁਲ ਸੌਖੀ ਜ਼ਿੰਦਗੀ ਹੋ ਜਾਏਗੀ ਜੇ 6 ਕੰਮ ਕਰ ਲਓ। ਸਤਿਗੁਰ ਆਖੈ ਕਾਰ, ਸੋ ਕਰਮ ਕਮਾਈਐ। ਸਤਿਗੁਰ ਹੋਏ ਦਇਆਲ, ਤਾਂ ਨਾਮ ਧਿਆਈਐ। ਜਦੋਂ ਕਿਸ ਤੇ ਗੁਰੂ ਮਿਹਰ ਕਰਦਾ ਹੈ ਨਾ,
ਤਾਂ ਫਿਰ ਉਹ ਨਾਮ ਦੇ ਵਿੱਚ ਧਿਆਨ ਜੋੜਦਾ ਹੈ, ਫਿਰ ਉਹਦੇ ਧਿਆਨ ਦੇ ਵਿੱਚ ਨਾਮ ਆਉਂਦਾ ਹੈ। ਹੁਣ ਤੁਸੀਂ ਜਦੋਂ ਬੋਲ ਕੇ ਦੱਸੋਗੇ ਤੇ ਮੈਨੂੰ ਸਮਝ ਆ ਜਾਏਗੀ ਕਿ ਤੁਸੀਂ ਬੋਲ ਰਹੇ ਹੋ। ਨਾਮ ਦਾ ਮਤਲਬ, ਸਾਰੇ ਬੋਲੋ, ਆਪਣਾ ਅਨਮਿਊਟ ਰਹਿੰਦੇ। ਨਾਮ ਦਾ ਮਤਲਬ ਹੁਕਮ। ਹੁਕਮ, ਜੇ ਗੁਰੂ ਦਇਆ ਕਰੇ ਤੇ ਹੁਕਮ ਦੀ ਸਮਝ ਆ ਜਾਂਦੀ ਹੈ। ਫਿਰ ਬੰਦੇ ਦੇ ਧਿਆਨ ਦੇ ਵਿੱਚ ਹੁਕਮ ਰਹਿੰਦਾ ਹੈ ਕਿ ਮੈਂ ਰਜ਼ਾ ਵਿੱਚ ਤੁਰਨਾ ਹੈ, ਮੈਂ ਸੱਚ ਨੂੰ ਫੋਲੋ ਕਰਨਾ ਹੈ। ਤੇ ਗੁਰੂ ਦੀ ਦਇਆ ਤਾਂ ਹੀ ਹੈ ਨਾ, ਜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵਾਂਗੇ। ਲਾਹਾ ਭਗਤ ਸੋ ਸਾਰ ਗੁਰਮੁਖ ਪਾਈਏ। ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਹੋਇਆ, ਪਾਈਏ ਦਾ ਮਤਲਬ ਪਾ ਲਈਦਾ ਹੈ, ਲਾਹਾ ਦਾ ਮਤਲਬ ਨਫਾ, ਸਾਰ ਦਾ ਮਤਲਬ ਸ੍ਰੇਸ਼ਟ। ਗੁਰੂ ਦੇ ਸਨਮੁਖ ਹੋਇਆ ਜਿਹੜਾ ਪ੍ਰਭੂ ਦੀ ਭਗਤੀ ਦਾ ਸਭ ਤੋਂ ਚੰਗਾ ਲਾਹਾ ਹੈ ਉਹ ਮਿਲ ਜਾਂਦਾ ਹੈ। ਜੇ ਗੁਰੂ ਦੇ ਸਨਮੁਖ ਹੋਈਏ, ਯਾਨੀ ਗੁਰੂ ਦੀ ਦੱਸੀ ਕਾਰ ਕਰੀਏ ਨਾ, ਤਾਂ ਰੱਬ ਦੀ ਭਗਤੀ ਦਾ ਲਾਭ ਮਿਲ ਜਾਂਦਾ ਹੈ। ਹੁਣ ਰੱਬ ਦੀ ਭਗਤੀ ਮਾਲਾ ਫੇਰਨੀ ਨਹੀਂ ਹੈ, ਇਹ ਚੀਜ਼ ਤੇ ਬਾਰ-ਬਾਰ ਪੱਕੀ ਕਰ ਲਓ। ਸਮਾਧੀਆਂ ਲਾਣੀਆਂ ਨਹੀਂ ਹਨ। ਭਗਤੀ ਕੀ ਹੈ? ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬ ਦੇ ਗੁਣਾਂ ਦੇ ਧਾਰਨੀ ਹੋਣਾ ਹੀ ਰੱਬ ਦੀ ਭਗਤੀ ਹੈ। ਤਾਂ ਗੁਰੂ ਦੇ ਸਨਮੁਖ ਹੋਇਆ, ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਜਦੋਂ ਅਸੀਂ ਗੁਣਾਂ ਦੀ ਗੱਲ ਕਰਦੇ ਹਾਂ, ਗੁਣਾਂ ਅਨੁਸਾਰ ਜ਼ਿੰਦਗੀ ਜੀਂਦੇ ਹਾਂ, ਤਾਂ ਸਾਨੂੰ ਉਹਦਾ ਲਾਭ ਮਿਲਦਾ ਹੈ। ਸਾਡਾ ਆਤਮਿਕ ਜੀਵਨ ਸਾਡੇ ਅੰਦਰ ਪ੍ਰਫੁੱਲਤ ਹੁੰਦਾ ਹੈ, ਸਾਡੇ ਅੰਦਰ ਇਨਸਾਨੀਅਤ ਪੈਦਾ ਹੁੰਦੀ ਹੈ, ਖੁਸ਼ੀ ਪੈਦਾ ਹੁੰਦੀ ਹੈ, ਪੋਜ਼ਿਟਿਵਿਟੀ ਪੈਦਾ ਹੁੰਦੀ ਹੈ, ਸਕਾਰਾਤਮਕਤਾ ਪੈਦਾ ਹੁੰਦੀ ਹੈ। ਸਾਨੂੰ ਉਹਦਾ ਲਾਭ ਮਿਲਦਾ ਹੈ ਜੇ ਅਸੀਂ ਗੁਰੂ ਦੇ ਦੱਸੇ ਰਾਹ ਤੇ ਤੁਰੀਏ। ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ। ਮਨਮੁਖ ਦਾ ਮਤਲਬ ਮਨ ਦੇ ਪਿੱਛੇ ਤੁਰਨ ਵਾਲਾ, ਜੋ ਆਪ ਹੁਦਰਾ ਹੈ, ਜੋ ਗੁਰੂ ਦੀ ਗੱਲ ਤੇ ਨਹੀਂ ਮੰਨਦਾ, ਪਰ ਕਿਸੇ ਜੋਤਸ਼ੀ ਦੀ ਮੰਨ ਲੈਂਦਾ ਹੈ, ਕਿਸੇ ਬਾਬੇ ਦੀ ਮੰਨ ਲੈਂਦਾ ਹੈ। ਮੰਗਲਵਾਰ ਨੂੰ ਕੇਲੇ ਚੁੱਕੀ ਫਿਰਦਾ ਹੈ, ਵੀਰਵਾਰ ਨੂੰ ਮਾਵਾਂ ਦੀ ਦਾਲ ਚੁੱਕੀ ਫਿਰਦਾ ਹੈ, ਸ਼ਨੀਵਾਰ ਨੂੰ ਕਾਲੇ ਛੋਲੇ, ਤੇਲ ਲੱਭਦਾ ਫਿਰਦਾ ਵੀ ਸਰੋਂ ਦਾ ਤੇਲ ਕਿੱਥੇ ਚੜਾਵਾਂ, ਤੇ ਲੋਹੇ ਦੀਆਂ ਬਰੰਜੀ ਕਿੱਲ ਕਿੱਥੇ ਠੋਕ ਕੇ ਆਵਾਂ। ਕੂੜ ਕਮਾਈਏ, ਕੂੜ ਕਮਾਉਂਦਾ ਫਿਰਦਾ ਹੈ। ਗੁਬਾਰ ਦਾ ਮਤਲਬ ਹਨੇਰਾ। ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿਰਾ ਕੂੜ, ਨਿਰਾ ਹਨੇਰਾ, ਅਗਿਆਨਤਾ ਭਰੇ ਕਰਮ ਕਰਦਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੋਂ ਉਲਟ ਹੈ। ਸੱਚੇ ਦੇ ਦਰ ਜਾਏ ਸੱਚ ਚਮਾਈਏ। ਚਮਾਈਏ ਦਾ ਮਤਲਬ ਬੋਲੀਏ। ਜੇ ਸੱਚੇ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਸੱਚ ਬੋਲੀਏ, ਸੱਚੇ ਦੇ ਦਰ ਜਾਏ, ਸੱਚੇ ਦੇ ਦਰ ਜਾਏ ਸੱਚ ਚਮਾਈਏ, ਜੇ ਸੱਚੇ ਦੇ ਦਰ ਤੇ ਜਾ ਕੇ ਸੱਚ ਬੋਲੀਏ ਤਾਂ ਫਿਰ ਕੀ ਹੋਏਗਾ? ਸੱਚੇ ਅੰਦਰ ਮਹਿਲ ਸੱਚ ਬੁਲਾਈਏ। ਇੱਥੇ ਸੱਚ ਦੇ ਚੱਚੇ ਨਾਲ ਸਿਹਾਰਾ ਹੈ, ਸੱਚ ਦੇ ਰਾਹੀਂ, ਸੱਚੇ ਦੇ ਰਾਹੀਂ। ਤਾਂ ਇਸ ਸੱਚੇ ਜੀਵਨ ਦੇ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲ ਜਾਂਦਾ ਹੈ। ਸੱਚੇ ਦੇ ਦਰ ਸੱਚ ਜਾਏ ਸੱਚ ਚਮਾਈਏ, ਜੇ ਸੱਚ ਬੋਲੀਏ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਈਏ, ਤਾਂ ਫਿਰ ਇਸ ਸੱਚ ਦੇ ਜਰੀਏ, ਸੱਚੇ ਜੀਵਨ ਦੇ ਜਰੀਏ ਸੱਚੇ ਦੇ ਮਹਿਲ ਵਿੱਚ ਬੁਲਾ ਲਿਆ ਜਾਂਦਾ ਹੈ, ਰੱਬ ਦੇ ਘਰ ਵਿੱਚ ਬੁਲਾ ਲਿਆ ਜਾਂਦਾ ਹੈ। ਯਾਨੀ ਅੰਤਰ ਆਤਮੇ ਟਿਕ ਜਾਈਦਾ ਹੈ, ਰੱਬ ਵਰਗੇ ਹੋ ਜਾਈਦਾ ਹੈ, ਰੱਬ ਦੀ ਹਜ਼ੂਰੀ ਮਿਲ ਜਾਂਦੀ ਹੈ, ਰੱਬ ਨੂੰ ਪਾ ਲੈਂਦਾ। ਜਿਹੜਾ ਮਰਜ਼ੀ ਸ਼ਬਦ ਤੁਸੀਂ ਵਰਤ ਲਓ, ਜਿਹੜੇ ਸ਼ਬਦ ਨਾਲ ਸਮਝ ਆ ਜਾਏ। ਤਾਂ ਸੱਚ ਦੇ ਜਰੀਏ, ਸੱਚੇ ਜੀਵਨ ਦੇ ਜਰੀਏ ਰੱਬ ਦੇ ਅੰਦਰ ਸਮਾ ਸਕਾਂਗੇ। ਨਾਨਕ ਸੱਚ ਸਦਾ ਸਚਿਆਰ, ਸੱਚ ਸਮਾਈ ਹੈ। ਸਚਿਆਰ ਦਾ ਮਤਲਬ ਸੱਚ ਦਾ ਵਪਾਰੀ। ਸੱਚ ਦਾ ਮਤਲਬ ਜਿਸ ਦੇ ਪੱਲੇ ਸੱਚ ਹੈ। ਜਿਸ ਦੇ ਪੱਲੇ ਸੱਚ ਹੈ ਉਹ ਸਦਾ ਹੀ ਸੱਚ ਦਾ ਵਪਾਰੀ ਹੈ। ਉਹ ਸੱਚ ਬੋਲਦਾ, ਸੱਚ ਸੁਣਦਾ, ਸੱਚ ਵੇਖਦਾ, ਸੱਚ ਕਮਾਉਂਦਾ, ਸੱਚ ਦਾ ਸੰਗ੍ਰਹਿਣ ਕਰਦਾ ਹੈ। ਤੇ ਇਹ ਜੋ ਸੱਚ ਦਾ ਵਪਾਰੀ ਹੈ, ਸੱਚ ਸਮਾਈ ਹੈ, ਸੱਚ ਦੇ ਅੰਦਰ ਸਮਾ ਜਾਂਦਾ ਹੈ। ਦੇਖੋ, ਨਾਨਕ ਸੱਚ ਸਦਾ ਸਚਿਆਰ, ਪਹਿਲੇ ਸੱਚ ਦੇ ਚੱਚੇ ਥੱਲੇ ਔਂਕੜ ਹੈ। ਸੱਚ ਸਮਾਈ ਹੈ, ਇੱਥੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ। ਪੜ੍ਹਨਾ ਦੋਵਾਂ ਨੂੰ ਸੱਚ ਹੈ, ਪਰ ਮੀਨਿੰਗ ਬਦਲ ਗਿਆ ਹੈ। ਪਹਿਲੇ ਸੱਚ ਦਾ ਮਤਲਬ ਹੈ ਸੱਚ ਦਾ ਵਪਾਰੀ, ਸੱਚ, ਅਸਲੀ ਸੱਚ ਜਿਹੜਾ ਹੈ। ਸਚਿਆਰ ਦਾ ਮਤਲਬ ਸੱਚ ਦਾ ਵਪਾਰੀ। ਜਿਸ ਦੇ ਪੱਲੇ ਸੱਚ ਹੈ, ਮਨ ਬਚਨ ਕਰਮ ਕਰਕੇ ਉਹ ਸਚਿਆਰ ਹੈ। ਤੇ ਜਿਹੜਾ ਸਚਿਆਰ ਹੈ, ਸੱਚ ਸਮਾਈ ਹੈ, ਉਹ ਸੱਚ ਦੇ ਅੰਦਰ ਸਮਾ ਜਾਂਦਾ ਹੈ। ਉਹ ਸੱਚ ਦਾ ਰੂਪ ਹੋ ਜਾਂਦਾ ਹੈ। ਉਹ ਇਨਸਾਨ ਰੱਬ ਦਾ ਰੂਪ ਹੋ ਜਾਂਦਾ। ਤਾਂ ਵਾਹਿਗੁਰੂ ਰਹਿਮਤ ਕਰੇ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਆਪ ਵਿਚਾਰੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਤਾਂ ਸਾਡਾ ਇਹ ਜੀਵਨ ਕਿੰਨਾ ਸੌਖਾ ਹੋ ਸਕਦਾ ਹੈ।
ਕਿੰਨੀ ਆਸਾਨੀ ਦੇ ਨਾਲ ਅਸੀਂ ਸੱਚ ਵਿੱਚ ਸਮਾ ਸਕਦੇ ਹਾਂ। ਭਰਮਾਂ ਵਹਿਮਾਂ ਤੋਂ ਸਾਡਾ ਖਹਿੜਾ ਛੁੱਟ ਸਕਦਾ ਹੈ। ਸਾਡੀ ਪਰਸਨਲ ਲਾਈਫ, ਫੈਮਿਲੀ ਲਾਈਫ, ਸੋਸ਼ਲ ਲਾਈਫ ਸਵਰਗ ਹੋ ਸਕਦੀ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ ਕਿ ਅਸੀਂ ਇਸ ਪਾਸੇ ਧਿਆਨ ਦੇਵੀਏ ਔਰ ਇਧਰ ਜੀਵਨ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਿਆਂ ਕਰੀਏ। ਇੱਥੇ ਮੈਂ ਖਿਮਾ ਦਾ ਜਾਚਕ ਹਾਂ। ਅੱਜ ਦੀ ਇਸ ਵਿਚਾਰ ਵਿੱਚ ਕਿਸੇ ਵੀਰ ਭੈਣ ਨੇ ਜੇ ਕੋਈ ਸਵਾਲ ਪੁੱਛਣਾ ਹੈ ਤਾਂ ਉਹ ਸਵਾਲ ਪੁੱਛ ਸਕਦਾ ਹੈ। ਅਨਮਿਊਟ ਹੋ ਜਾਓ। ਜੇ ਕਿਸੇ ਵੀਰ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਵਿਊਜ਼ ਦੇ ਸਕਦੇ ਹੋ। ਤੇ ਜਿਹੜੇ ਫੇਸਬੁੱਕ ਦੇ ਉੱਤੇ ਮੇਰੇ ਵੀਰ ਸਰਵਣ ਕਰ ਰਹੇ ਨੇ, ਪੁਸ਼ਪਿੰਦਰ ਸਿੰਘ, ਸਿਮਰਨ ਕੌਰ, ਅਜਮੇਰ ਸਿੰਘ, ਸੁਰਜੀਤ ਸਿੰਘ ਤੇ ਹੋਰ ਜਿਹੜੇ ਵੀਰ ਨੇ, ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ